ਜਾਓ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਸ਼ਰਮਾ ਟੋਰਾਂਟੋ ਕੈਨੇਡਾ ਤੋਂ ਅੱਜ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਲੈ ਕੇ ਚਰਚਾ। ਜੋ ਸਾਡਾ ਚਰਚਾ ਪ੍ਰੋਗਰਾਮ ਚੱਲ ਰਿਹਾ ਹੈ ਸਾਡਾ ਜੇ 76ਵਾਂ ਐਪੀਸੋਡ ਹੈ, 76 ਐਪੀਸੋਡ ਹੈ ਜੋ ਅੱਜ ਸਾਡਾ ਚੱਲ ਰਿਹਾ ਤੁਹਾਡੇ ਸਾਹਮਣੇ। ਤੇ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਅਸੀਂ ਨਵੇਂ ਟੌਪਿਕ ਲੈ ਕੇ ਆਉਣੇ ਆ, ਅਸੀਂ ਨਵੇਂ ਚੀਜ਼ਾਂ ਲੈ ਕੇ ਆਉਣੇ ਆ। ਹੁਣ ਅਸੀਂ ਜਦੋਂ ਹੁਣ ਤੱਕ ਜੋ ਕਰੰਟ ਚੱਲ ਰਿਹਾ ਸੀ ਇਸ ਟਾਈਮ ਇੰਡੀਆ ਦੇ ਵਿੱਚ ਕਿਸਾਨ ਅੰਦੋਲਨ, ਹੁਣ ਤੱਕ ਸਾਡਾ ਕਿਸਾਨ ਅੰਦੋਲਨ ਨਹੀਂ ਚੱਲ ਰਿਹਾ ਸੀ। ਉਸ ਜਗ੍ਹਾ ਤੇ ਅਸੀਂ ਹਰ ਜਗ੍ਹਾ ਤੇ ਜਿੱਥੇ ਵੀ ਜੋ ਚਰਚਾ ਹੋਈ ਹੈ ਹੁਣ ਤੱਕ ਦੀ, ਅਸੀਂ ਕਿਸਾਨ ਅੰਦੋਲਨ ਨੂੰ ਮੁੱਖ ਰੱਖ ਕੇ ਉਹ ਚੀਜ਼ਾਂ ਅੱਗੇ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਪਰ ਨਾਲ ਜਿਸ ਤਰ੍ਹਾਂ ਜੋ ਉੱਥੇ ਹੋਇਆ ਸਾਰਾ ਕੁਝ, ਉਹਦੇ ਨਾਲ ਰੀਜ਼ਨ ਜਿਹੜੀ ਹੋਰ ਅਸੀਂ ਜਿਹੜਾ ਮੇਨ ਟੌਪਿਕ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੈ EVM, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ। ਉਹਦਾ ਜੋ ਜਿਹੜਾ ਸ਼ੁਰੂ ਕਰਨ ਦਾ ਰੀਜ਼ਨ ਇਹ ਹੈ ਕਿ ਸਾਰਾ ਕੁਝ ਜਿਹੜੇ ਚੀਜ਼ਾਂ ਦੀ ਤੁਹਾਨੂੰ ਆਪ ਨੂੰ ਵੀ ਪਤਾ ਚੱਲੇਗਾ ਤਾਂ ਇਵੈਂਚੁਅਲੀ ਸਭ ਅਸੀਂ ਤੁਹਾਡੇ ਤੋਂ ਪੁੱਛਣਾ ਹੈ। ਇਹ ਚੀਜ਼ਾਂ ਕੁਐਸਚਨ ਤੁਹਾਡੇ ਵਾਸਤੇ ਕੁਐਸਚਨ ਹੋਊਗਾ ਕਿ ਇਹ ਜਿਹੜੀ EVM ਹੈਗਾ ਇਹ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਇਹਦੇ ਕੀ ਡਰਾਬੈਕਸ ਹੈ, ਸਾਰਾ ਕੁਝ ਦਿਖਾਉਣ ਦੇ ਬਾਵਜੂਦ ਤੁਸੀਂ ਡਿਸਾਈਡ ਕਰਨਾ ਹੈ, ਤੁਸੀਂ ਸਾਨੂੰ ਦੱਸਣਾ ਹੈ ਕਿ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਸਾਰਾ ਕੁਝ ਚੈੱਕ ਕਰੋ ਇਸ ਚੀਜ਼ ਨੂੰ ਤੇ ਫਿਰ ਤੁਸੀਂ ਦੱਸੋ, ਇਹਦੀਆਂ ਆਪਣੇ ਵੋਟਿੰਗ ਕਰੋ, ਸਾਨੂੰ ਦੱਸੋ ਇਹ ਚੀਜ਼ਾਂ ਆਪਦੇ ਬਾਰੇ ਵੀ ਤੁਸੀਂ ਦੱਸੋ ਵੀ ਇਹਨੂੰ ਹੋਣਾ ਚਾਹੀਦਾ ਨੇ। ਕਿਉਂਕਿ ਬਹੁਤ ਸਾਰੀ ਕੰਟਰੀਜ਼ ਹੈ ਇੰਡੀਆ ਤੋਂ ਬਾਹਰ ਜਿਹੜੇ ਹੈਗੇ ਨੇ, ਅਮਰੀਕਾ ਹੈ, ਹੋਰ ਕੰਟਰੀਜ਼ ਨੇ, ਉਹਨਾਂ ਨੇ ਇਹਨਾਂ ਨੂੰ ਬੈਨ ਕੀਤਾ ਹੋਇਆ। ਇਹ ਮੁੱਦਾ ਚੱਕਣਾ ਇਸ ਕਰਕੇ ਜ਼ਰੂਰੀ ਹੈ ਕਿ ਇਹ ਜੋ ਕੁਝ ਹੋ ਰਿਹਾ ਹੈ, ਜੋ ਆਪਣੇ ਇੰਡੀਆ ਦੇ ਵਿੱਚ ਦੇਖ ਰਿਹਾ ਜਾਂ ਬਾਕੀ ਜਿੱਥੇ ਆਪਣੀ EVM ਨਾਲ ਵੋਟਿੰਗ ਹੁੰਦੀ ਹੈ ਉੱਥੇ ਹਮੇਸ਼ਾ ਹੀ ਦੇਖਿਆ ਜਾ ਰਿਹਾ ਕਿ ਇਹ ਕਾਫੀ ਇਸ ਦੇ ਵਿੱਚ ਘਪਲਾ ਦੇਖਿਆ ਜਾ ਰਿਹਾ। ਬੜੀ ਇਹਦੇ ਵਿੱਚ ਦੇਖਿਆ ਕਿ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਲੋਕਾਂ ਨੂੰ ਐਕਸੈਪਟੇਬਲ ਨਹੀਂ ਹੁੰਦੀਆਂ। ਲੋਕ ਕੁਝ ਹੋਰ ਉੱਥੇ ਐਕਸਪੈਕਟ ਕਰਦੇ ਹੁੰਦੇ ਨੇ ਕਿ ਆਪਣਾ ਰਿਜ਼ਲਟ ਕੁਝ ਹੋਰ ਆਊਗਾ, ਫਾਈਨਲੀ ਆਪਾਂ ਨੂੰ ਉੱਥੇ ਰਿਜ਼ਲਟ ਕੁਝ ਹੋਰ ਦੇਖਣਾ ਪੈਂਦਾ। ਤੇ ਇਸੇ ਵਾਸਤੇ ਅੱਜ ਅਸੀਂ ਤੁਹਾਡੇ ਵਾਸਤੇ EVM ਦਾ ਜੋ ਮੁੱਦਾ ਲੈ ਕੇ ਆਏ ਹਾਂ। ਆਪਣਾ ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਕਿਸਾਨ ਸੰਘਰਸ਼ ਦਾ ਆਪਾਂ ਨੂੰ ਹੁਣ ਇਸਨੂੰ ਇਹ ਸੋਚ ਕੇ ਚਲੋ ਕਿ ਆਪਣੇ ਫਾਈਨਲ ਸਟੇਜਸ ਦੇ ਉੱਪਰ ਆਇਆ ਹੋਇਆ। ਉਸ ਤੋਂ ਬਾਅਦ ਜਿਹੜਾ ਮੇਨ ਆਪਾਂ ਨੂੰ ਟੌਪਿਕ, ਮੇਨ ਜੋ ਮੁੱਦਾ ਆਪਾਂ ਨੂੰ ਸ਼ੁਰੂ ਕਰਨ ਦੀ ਲੋੜ ਹੈ ਉਹ ਹੈ EVM। ਕਿਉਂਕਿ EVM ਨਹੀਂ ਸਾਰਾ ਕੁਝ ਅੱਗੇ ਆਪਾਂ ਨੂੰ ਜਿਹੜੇ ਲਾਅ ਮੇਕਰ ਨੇ ਸਾਰਾ ਕੁਝ ਉਹ ਬਣਾਉਣੇ EVM ਦੇ ਥਰੂ ਹੁੰਦੇ ਆ ਜਾਂ ਆਪਣੇ ਵੋਟਸ ਦੇ ਥਰੂ ਹੁੰਦੇ ਨੇ। ਸਾਰਾ ਕੁਝ ਜੋ ਆਪਣੇ ਉੱਥੇ ਇਲੈਕਸ਼ਨ ਹੁੰਦੇ ਨੇ, ਇਲੈਕਸ਼ਨ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ ਇਹਦੇ ਬਾਰੇ ਸੁਣੋ, ਅਸੀਂ ਦੱਸ ਰਹੇ ਹਾਂ। EVM ਮਸ਼ੀਨਾਂ ਜੋ ਹੈ ਪਹਿਲਾਂ ਬੈਲਟ ਪੇਪਰ ਹੁੰਦੇ ਸੀਗੇ, ਇਹਦੇ ਬਾਰੇ ਤੁਸੀਂ ਚੈੱਕ ਕਰੋ ਤੇ ਫਿਰ ਸਾਨੂੰ ਦੱਸੋ ਇਹਦੇ ਬਾਰੇ ਵੀ ਤੁਸੀਂ ਤੁਹਾਡੇ ਕੀ ਵਿਚਾਰ ਨੇ, EVM ਮਸ਼ੀਨਾਂ ਹੋਣਾ ਚਾਹੀਦੀਆਂ ਨਹੀਂ ਹੋਣਾ ਚਾਹੀਦੀਆਂ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸਾਡਾ ਇਹ 76ਵਾਂ ਐਪੀਸੋਡ ਹੈ, 76 ਐਪੀਸੋਡ ਹੈ ਚਰਚਾ ਦਾ। ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਤੁਸੀਂ ਲਾਈਕ ਕਰੋ ਤਾਂ ਕਿ ਅਸੀਂ ਲੋਕਾਂ ਨੂੰ ਅਪਡੇਟ ਕਰ ਸਕੀਏ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਇੱਕ ਵੀਡੀਓ, ਅਸੀਂ ਕਲਿੱਪ ਦਿਖਾਉਂਦੇ ਹਾਂ, ਉਹ ਦੇਖ ਕੇ ਆਪਾਂ ਨੈਕਸਟ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ। मेरे नाल अमरजीत जी ने क्लिप देखो जी। और अभी रीसेंट इवेंट्स की बात करें तो इसका डेफिनेट प्रूफ EVM फ्रॉड का BMC इलेक्शंस में आया जो अभी कुछ महीने पहले हुई थी। एक इंडिपेंडेंट कैंडिडेट को 0 वोट्स मिले, जबकि उसने कहा कि मैंने तो कम से कम खुद को वोट डाला ही था और मेरे फैमिली मेंबर्स ने भी मुझे वोट डाला था, तो मुझे 0 वोट्स कैसे मिल गए। तो EVM के बारे में और जानकारी देने के लिए कि इसकी हिस्ट्री क्या है, EVM की, इसे कैसे हैक किया जा सकता है, मैं चाहता हूं आप ये डॉक्यूमेंट्री देखें जो मेरे कुछ दोस्तों ने कुछ साल पहले बनाई थी। तब ये इतनी पब्लिसाइज नहीं हो पाई थी क्योंकि मीडिया में इस बात पे इतना बड़ा इशू नहीं बना था। अब हो रहा है तो मैं चाहता हूं अब इसको लोग देखें और समझें। नमस्कार, मैं इस देश का एक आम आदमी हूँ और आपसे कुछ जरूरी और गंभीर बातें करना चाहता हूँ। ये हमारा भारत देश है और भारत एक लोकतांत्रिक देश है। लोकतांत्रिक यानी जनता का राज्य। लोकतांत्रिक कैसे? क्योंकि हम हर 5 साल में वोट डालकर अपने देश का नेता चुनते हैं, जो कि चुनकर आने के बाद हमारी नुमाइंदगी करता है और हमारे देश को 5 साल तक चलाता है। अब बड़ा सवाल ये है कि इस देश में वोट डालने की प्रणाली पारदर्शी और त्रुटि रहित है कि नहीं, क्योंकि इसी के सवाल के उत्तर पर पूरा लोकतंत्र टिका है। तो आइए देखें कि हम वोट कैसे डालते हैं। जी हाँ, EVM या इलेक्ट्रॉनिक वोटिंग मशीन के द्वारा। आइए EVM के बारे में थोड़ा और जानें। EVM क्यों? सन 1989 से पहले हमारे देश में वोटिंग के लिए पेपर बैलेट प्रयोग होता था। आज भी कुछ भागों में पेपर बैलेट का प्रयोग होता है। उसमें एक कागज पर वोटर अपनी पसंद की पार्टी में निशान लगाता था और इस तरह सबकी पसंद एक बैलेट बॉक्स में बंद हो जाया करती थी और बाद में वोटों की गिनती के वक्त इन पेपर बैलेट को सबके सामने गिनकर परिणाम घोषित होते थे। लेकिन ऐसा पाया गया कि बूथ कैप्चरिंग से लेकर वोट माफियाओं द्वारा
गिनती के लिए जा रहे ट्रकों को उसी नंबर के दूसरे ट्रकों से बदलकर, जिसमें कि उन माफियाओं के पसंद के उम्मीदवारों के वोट पड़े होते थे, गिनती के स्थल पर भेजकर उम्मीदवारों को जिताया जाता था। स्थानीय स्तर पर ऐसे कई धांधली के मामले सामने आए और इन सब को रोकने के लिए 1989 में भारतीय चुनाव आयोग ने ईवीएम यानी इलेक्ट्रॉनिक वोटिंग मशीन को हरी झंडी दे दी और ये कहा गया कि ईवीएम त्वरित, सुरक्षित और अचूक है। आइए ईवीएम को थोड़ा और गहराई से जानें। भारत के लगभग सारे वोटर्स ईवीएम का प्रयोग करते हैं। सन 2010 में तकनीकीविद और वैज्ञानिकों की एक टीम ने ईवीएम पर एक गंभीर और विस्तृत चर्चा की, जिसमें कि हरि के प्रसाद, तकनीकीविद हैदराबाद, डॉक्टर एलेक्स हेंडरमैन, कंप्यूटर विज्ञान प्रोफेसर मिशिगन विश्वविद्यालय अमेरिका, रोब गोंग्रीज, तकनीकी कार्यकर्ता हॉलैंड, स्कॉट वॉल्चकॉफ, एरिच बुस्ट्रो, विद्यार्थी खोजकर्ता मिशिगन विद्यालय अमेरिका, अरुण कंकीपति, साई कृष्ण साकमुडी, बसवाया अगति, इंजीनियर नेट इंडिया आदि शामिल थे। और रिसर्च में पाया गया कि यदि किसी वोट माफिया को जरा भी वक्त ईवीएम का एक्सेस मिले तो बड़ी मात्रा में वोटों को बदलकर चुनाव के परिणामों को प्रभावित किया जा सकता है। आइए देखिए कैसे संभव है। मोबाइल या वायरलेस द्वारा गलत डिस्प्ले दिखाकर वोटों की गिनती से पहले स्ट्रांग रूम में क्लिप द्वारा ईवीएम से वोटों की चोरी। Let's run a small election using a real EVM. When a voter arrives, poll workers press this button to allow one vote. The voter then presses the button for their candidate and the vote is cast. Let's give each candidate 3 votes. Later, the votes are read from the EVM during a public counting session. The display shows that candidate 1 wins with 7 votes, but something is wrong. That number was supposed to be 3. Somehow, 1 vote has been stolen from each of the other candidates. Now we'll open the machine and show you how we tampered with it. Indian election officials haven't let voters see inside. The EVM contains a simple computer with a processor and memory to store votes. We made the machine cheat by tampering with the hardware. We opened the machine and replaced the real display with this dishonest lookalike version, which lies about the election results. As you can see, the 2 displays look nearly identical. We built our version in a few weeks from parts costing just a few dollars. Under the displays, we had a small chip that replaces the real results with dishonest ones, and a Bluetooth radio that lets us wirelessly signal who should win. Criminals could install a dishonest display at any time before the votes are counted, possibly years before the election. Here's a second way criminals could cheat. They could also change votes while the machines are stored between the election and the public counting session. To prove this, we built a small vote-stealing tool. It has a dial to select the winning candidate, and it clips directly to the memory chips that store the votes in the EVM. The attacker just attaches it momentarily, and it rewrites the votes. This attack leaves no traces and makes sure our favorite candidate wins. तो आपने देखा कि हमारी जिन ईवीएम पर हमारा लोकतंत्र टिका है, उन्हें माफियाओं द्वारा अपने उम्मीदवारों को जिताने के लिए प्रयोग करना कितना आसान है। नोट करिए कि मशीनों में ब्लूटूथ रेडियो या नकली माइक्रो प्रोसेसर चुनाव से महीनों, सालों पहले भी लगाए जा सकते हैं और चुनाव से कुछ घंटे पहले भी। ये कहना अतिशयोक्ति नहीं होगा कि जैसे टाइपराइटर पर काम करने वालों के लिए कंप्यूटर आने पर उनकी कार्य क्षमता 100 गुनी बढ़ गई है, ठीक वैसे ही पेपर बैलेट की जगह ईवीएम आने पर वोट माफियाओं की कार्य क्षमता भी असीमित हो गई है। 2012 में सुब्रमण्यम स्वामी ने घोषित किया था कि विपक्ष का लोकसभा चुनाव में पूर्ण सफाया वोटिंग मशीन का घोटाला है। उनके हिसाब से 2009 में मशीन घोटालों के बिना कांग्रेस की 70 सीटें ही आती, पर 2014 में वही मशीनें फिर से इस्तेमाल कर ली गई। आइए ईवीएम की विश्व पटल पर स्थिति को देखें। अमेरिका में वेब हैरिस नाम की महिला ने वोटिंग मशीन का घोटाले की पोल खोली, जिसके बाद 64% अमेरिकी राज्यों में यह मशीन बंद हुई। जर्मनी में इन मशीनों को असंवैधानिक करार दिया गया, क्योंकि मशीनों से एक आम नागरिक चुनाव की प्रक्रिया को पारदर्शी तरीके से नहीं देख सकता।
आयरलैंड में इन मशीनों को कूड़े के भाव फेंक दिया गया क्योंकि इनसे प्रजातंत्र की हत्या होती है। केवल भारत, नाइजीरिया, वेनेजुएला, यूक्रेन जैसे गरीब या विकासशील देशों में ही चुनाव में ईवीएम का प्रयोग हो रहा है। भूटान, नेपाल, पाकिस्तान, कंबोडिया आदि अन्य गरीब देशों में इन्हें लगाने की योजना चल रही है। जरा सोचिए क्यों? जानते हैं, गरीब देश इसलिए गरीब हैं क्योंकि अमीर देश उनकी प्राकृतिक संपदाएं लूटते आए हैं। सरकार के रूप में अपने एजेंट स्थापित करके बड़ी कंपनियां अपनी लूट जारी रखती हैं। इंटरनेट और मोबाइल आने से कागज के वोटों से हेर फेर करना मुश्किल हो गया है, इसलिए वोटिंग मशीनें लगाई गई हैं जिससे कि बिना सबूत के घोटाला होता है और पूरे विपक्ष का काम तमाम। बस फिर धोखेबाज सरकारें दनादन विदेशी निवेश और स्पेशल इकोनॉमिक जोन बनाकर विदेशियों के हाथ में देश को बेचती हैं। याद रखिए, कागज का वोट सस्ता भी है। महंगी मशीनों को 10 साल में बदलना होता है। लोगों को इन्हें चलाने के लिए प्रशिक्षित करना पड़ता है। अगर कागज की पर्ची लगाई जाए तो खर्चा अलग। इसलिए ये कहना कि कागज का वोट महंगा है सरासर झूठ है। इस तरह ये भी झूठ है कि बैलेट में बहुत कागज लगता है। 5 साल में बैलेट में जितना कागज लगता है उतना हम एक दिन में अखबार छापने में खर्च कर देते हैं। कागज बचाना है तो कहीं और बचाया जा सकता है। वोट जैसी कीमती चीज के साथ समझौता करना उचित नहीं होगा। इन मशीनों के साथ अगर पर्चियां भी लगा दी जाए तो भी धोखा जारी रह सकता है। पर्चियों को हाथ से गिनना होगा तो कागज के वोटों को क्यों नहीं गिन लेते? हर भारतीय का कर्तव्य है कि वो वोटिंग मशीन के खिलाफ अभियान छेड़े। हेराफेरी कागज के वोट से भी होती है, लेकिन उसका पता लगाना संभव है। हजारों बोगस वोटों को छापना पड़ता है, फिर बूथ तक लाना पड़ता है। स्टिंग करके पोल खोलना आसान है, दोबारा चुनाव की मांग भी की जा सकती है। हम और आप क्या कर सकते हैं? अपने चुनाव क्षेत्र में आप 64+ स्वतंत्र उम्मीदवारों को खड़ा करें तो इन मशीनों को हटाकर कागज के वोटों को ला सकते हैं, क्योंकि मौजूदा मशीन सिर्फ 64 उम्मीदवारों के वोट गिन सकती है। आप जिस भी पार्टी का समर्थन करें, अपनी पार्टी से मांग करें कि निष्पक्ष चुनाव के लिए कागज का वोट वापस लाएं। साथ ही अपने परिवार, मित्र, मोहल्लों में ज्यादा से ज्यादा लोगों को इस मुद्दे पर जागरूक करें और सोशल मीडिया पर शेयर करें। ये देश हमारा है और हम इस देश के भाग्य विधाता हैं और अपने हक की लड़ाई हमें खुद ही लड़नी होगी। लोकतंत्र को व्यवसाय समझने वाले लोग आपको कभी इस मुद्दे पर ਹਾਂਜੀ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਈਵੀਐਮ ਮਸ਼ੀਨਾਂ ਬਾਰੇ ਤੁਹਾਨੂੰ ਹਿਸਟਰੀ ਥੋੜੀ ਬਹੁਤ ਦੱਸੀ ਅਸੀਂ। ਪਹਿਲਾਂ ਅਮਰੀਕਾ 'ਚ ਸੀਗੀਆਂ, ਬਾਕੀ ਇਟਲੀ ਤੇ ਕਈ ਜਗ੍ਹਾ ਤੇ ਸੀਗੀਆਂ ਮਸ਼ੀਨਾਂ। ਫਾਈਨਲੀ ਉਹਨਾਂ ਨੇ ਜਦੋਂ ਪਤਾ ਕੀ ਚੱਲਿਆ ਕਿ ਇਹਦੇ ਵਿੱਚ ਬੜਾ ਜਿਹੜਾ ਘਪਲਾ ਹੁੰਦਾ, ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ, ਕਿ ਫਿਰ ਉਹਨਾਂ ਨੇ ਇਹ ਚੀਜ਼ਾਂ ਮਤਲਬ ਉਹਨਾਂ ਨੇ ਬੰਦ ਕਰੀਆਂ ਜਗ੍ਹਾ ਤੋਂ। ਮੇਰੇ ਨਾਲ ਚਰਚਾ ਕਰਨ ਵਾਸਤੇ ਇਸ ਟਾਈਮ ਹੈਗੇ ਨੇ ਅਮਰਜੀਤ ਜੀ। ਅਮਰਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਨ ਭਾਜੀ। ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਸਾਨੂੰ ਸੁਣ ਰਹੇ ਆ, ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਅਮਨ ਸ਼ਰਮਾ ਜੀ, ਤੁਸੀਂ ਕਾਫੀ ਦਿਨ ਤੋਂ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਅੱਜ ਤੁਹਾਡਾ ਪਹਿਲਾਂ ਧੰਨਵਾਦ ਕਰਦੇ ਆ। ਇਹ ਟੌਪਿਕ ਉੱਠਣਾ ਬਹੁਤ ਜ਼ਰੂਰੀ ਆ ਆਪਣੀ ਆਪਣੀ ਆਜ਼ਾਦੀ ਲਈ। ਜੇ ਇਹ ਟੌਪਿਕ ਨਾ ਉੱਠਿਆ ਤਾਂ ਹੋ ਸਕਦਾ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹ ਖਤਰੇ ਵਿੱਚ ਹੋਵੇ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਟੌਪਿਕ ਨੂੰ ਲਿਆਉਣ ਦਾ। ਧੰਨਵਾਦ, ਸ਼ੁਕਰੀਆ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹੀ ਚੀਜ਼ ਹੈ ਕਿ ਡੈਮੋਕ੍ਰੇਸੀ ਦਾ ਇਸ ਤਰ੍ਹਾਂ ਤਾਂ ਬਿਲਕੁਲ ਘਾਣ ਹੋ ਰਿਹਾ, ਉਸ ਚੀਜ਼ ਦਾ ਮਤਲਬ ਕਤਲ ਹੋ ਰਿਹਾ। ਫਿਰ ਤਾਂ ਇੱਕ ਵਾਰ ਸਰਕਾਰ ਬਣ ਗਈ, ਉਸ ਤੋਂ ਬਾਅਦ ਉਹਦੇ ਹੱਥ ਈਵੀਐਮ ਮਸ਼ੀਨਾਂ ਆ ਗਈਆਂ, ਫਿਰ ਦੁਬਾਰਾ ਵੋਟ ਕਰਾਉਣ ਦੀ ਤਾਂ ਫਾਰਮੈਲਿਟੀ ਰਹਿ ਜਾਂਦੀ ਹੈ ਸਾਰੀ ਉਸ ਤੋਂ ਬਾਅਦ, ਕਿਉਂਕਿ ਉਹਨਾਂ ਨੇ ਮੈਨੀਪੂਲੇਟ ਕਰੀ ਜਾਣਾ ਤੇ ਇਹੀ ਚੀਜ਼ਾਂ ਆਈ ਜਾਣੀਆਂ ਨੇ। ਹੁਣ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬਿਹਾਰ, ਯੂਪੀ ਦੇ ਵਿੱਚ ਇਲੈਕਸ਼ਨ ਹੋਏ ਸੀ, ਜੋ ਦੇਖਿਆ ਪਿੱਛੇ ਜੇ ਜੋ ਇੰਡੀਆ ਦੇ ਵਿੱਚ, ਹੁਣ ਬੰਗਾਲ 'ਚ ਵੀ ਇਲੈਕਸ਼ਨ ਹੋਣੇ ਨੈਕਸਟ ਵਿੱਚ। ਉਹਦੇ ਵਿੱਚ ਜੋ ਕਿਸ ਤਰ੍ਹਾਂ ਜੋ ਹਾਲ ਹੋਇਆ, ਜਿਹੜੀਆਂ ਪਾਰਟੀਆਂ ਸੋਚ ਰਹੇ ਸੀ ਕਿ ਇਹਨਾਂ ਪਾਰਟੀਆਂ ਦਾ ਕੋਈ ਬੇਸ ਹੀ ਨਹੀਂ ਹੈ, ਉੱਥੇ ਕੁਝ ਹੋ ਹੀ ਨਹੀਂ ਸਕਦਾ, ਉਹ ਪਾਰਟੀਆਂ ਨੂੰ ਕਿੰਨੀ ਵੱਡੀ ਜਿੱਤ ਮਿਲੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ ਅਮਨ ਸ਼ਰਮਾ ਜੀ, ਉਸ ਚੀਜ਼ ਵੱਲ ਜਾਣ ਤੋਂ ਪਹਿਲਾਂ ਆਪਾਂ ਇਸ ਈਵੀਐਮ ਦੀ ਥੋੜੀ ਹਿਸਟਰੀ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਕਿ ਕਿਹੜੀ ਕੰਟਰੀ ਨੇ ਈਵੀਐਮ ਨੂੰ ਲਿਆਂਦਾ ਸੀਗਾ। ਨੀਦਰਲੈਂਡ ਨੇ ਈਵੀਐਮ ਦੀ ਇੱਕ ਖੋਜ ਕੱਢੀ ਸੀਗੀ। ਨੀਦਰਲੈਂਡ ਨੇ ਇਸ ਤੋਂ ਬਾਅਦ ਦੇਖਿਆ ਕਿ ਇਹ ਕਾਮਯਾਬ ਨਹੀਂ ਹੈ, ਇਹਦੇ ਵਿੱਚ ਧੋਖਾਧੜੀ ਪੇਪਰ ਬੈਲਟ ਨਾਲੋਂ ਵੀ ਜ਼ਿਆਦਾ ਹੋ ਰਹੀ ਆ। ਉਹਨਾਂ ਨੇ ਇਹਨੂੰ ਕੂੜੇ ਵਿੱਚ ਛੱਡ ਦਿੱਤਾ। ਕਾਫੀ ਹੋਰ ਕੰਟਰੀਆਂ ਨੇ ਵੀ ਇਹਨੂੰ ਜੋ ਹੈ ਬੈਨ ਕਰ ਦਿੱਤਾ। ਤੇ ਸਾਡੀ ਕੰਟਰੀ ਦੇ ਵਿੱਚ 2010 ਦੇ ਵਿੱਚ ਇਹੋ ਤਕਰੀਬਨ ਲਾਗੂ ਕੀਤੀ ਗਈ ਆ ਈਵੀਐਮ, ਮੋਸਟ ਲਾਈਕਲੀ ਸਾਰੇ ਇੰਡੀਆ ਦੇ ਵਿੱਚ, ਕਿ ਆਪਾਂ ਇਹਨੂੰ ਯੂਜ਼ ਕੀਤਾ ਜਾਵੇ। ਪਰ ਇਹ ਯੂਜ਼ ਕਿਉਂ ਹੋਈ? ਕਿਉਂਕਿ ਰੀਜ਼ਨ ਇਹ ਸੀਗਾ ਕਿ ਇਹ ਦੇਖਿਆ ਗਿਆ ਕਿ ਆਬਾਦੀ ਵਧਣ ਦੇ ਕਰਕੇ ਜੋ ਪੇਪਰ ਦਾ ਖਰਚਾ ਆ ਉਹ ਬਹੁਤ ਵੱਧ ਜਾਣਾ ਸੀ। ਇਹ ਸੋਚ ਦੇ ਕਰਕੇ ਉਹ ਕਹਿੰਦੇ ਸੀ ਵੀ ਕੋਈ ਇਹੋ ਜਿਹੀ ਚੀਜ਼ ਬਣਾਈ ਜਾਵੇ ਜਿੱਥੇ ਕਿ ਇੱਕ ਤਾਂ ਵੋਟਿੰਗ ਕਰਨ ਨੂੰ ਘੱਟ ਟਾਈਮ ਲੱਗੇ ਤੇ ਇੱਕ ਪੇਪਰ ਦਾ ਖਰਚਾ ਬਚਾਇਆ ਜਾ ਸਕੇ।
ਪਰ ਰਿਐਲਿਟੀ ਵਿੱਚ ਦੇਖਿਆ ਅਸੀਂ, ਇਸ ਵੀਡੀਓ 'ਚ ਵੀ ਤੁਸੀਂ ਐਕਸਪਲੇਨ ਕੀਤਾ ਉਸ ਬੰਦੇ ਨੇ ਵੀ ਕਿ 5 ਸਾਲ ਬਾਅਦ ਇਹੋ VOTING ਹੁੰਦੀ ਹੈ। ਜੇ 5 ਸਾਲ ਬਾਅਦ ਜੇ ਅਸੀਂ ਪੇਪਰ ਤੇ ਵੀ ਕਰਦੇ ਹਾਂ ਤਾਂ ਇੱਕ ਦਿਨ ਦੇ ਵਿੱਚ ਇੱਕ ਅਖਬਾਰ ਜਿੰਨਾ ਖਰਚਾ ਕਰਦੀ ਸਿਰਫ ਉਨਾ ਕੀ ਖਰਚਾ ਹੁੰਦਾ। ਜੇ ਅਸੀਂ ਆਪਣੇ ਅਧਿਕਾਰਾਂ ਲਈ ਇੰਨਾ ਵੀ ਖਰਚਾ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਆਪਣੀ ਆਜ਼ਾਦੀ ਨੂੰ ਕਿੱਦਾਂ ਬਰਕਰਾਰ ਰੱਖ ਸਕਦੇ। ਸੋ ਤਾਂ ਕਰਕੇ ਇੱਕ ਨੰਬਰ ਰੀਜ਼ਨ ਇਹਦਾ ਸੀ। ਦੂਸਰਾ ਰੀਜ਼ਨ ਇਹ ਸੀ ਕਿ ਜਿਹੜੇ ਵੈਲਿਡ ਪੇਪਰ ਸੀਗੇ, ਜਦੋਂ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਹੁੰਦੇ ਸੀ ਤੇ ਜਿਹੜੇ ਮਾਫੀਆ ਲੋਕੀ ਸੀ, ਜਿਹੜੇ ਕਿ ਵੋਟਰ ਮਾਫੀਆ ਸੀਗੇ, ਜਿਹੜੇ ਕਿ ਵੋਟਾਂ ਨੂੰ ਲੁੱਟਦੇ ਸੀਗੇ, ਉਹ ਕਿਤੇ ਨਾ ਕਿਤੇ ਘਪਲਾ ਕਰਦੇ ਸੀ। ਇਸ ਕਰਕੇ ਇਹ ਮਸ਼ੀਨ ਆਈ ਆ ਤੇ ਇਸ ਮਸ਼ੀਨ ਦੇ ਆਉਣ ਦਾ ਰੀਜ਼ਨ ਇਹ ਸੀ। ਹਾਂਜੀ, ਓਕੇ ਓਕੇ। ਹੁਣ ਜਿਸ ਤਰ੍ਹਾਂ ਜੇ ਕੁਛ ਨਾ ਕੁਛ ਐਕਸਪਲੇਨ ਇਸ ਵੀਡੀਓ ਵਿੱਚ ਵੀ ਕੀਤਾ ਗਿਆ ਕਿ ਇਹਨਾਂ ਨੂੰ ਚਿਪ ਬਦਲੀ ਜਾਂਦੀ ਸੀਗੀ ਮਸ਼ੀਨਾਂ ਦੀ, ਤਾਂ ਪਤਾ ਚੱਲਦਾ ਸੀ ਕਿ ਜੋ VOTING ਹੋਈ ਹੈ ਉਹ ਤਾਂ ਬਿਲਕੁਲ ਹੀ VOTING ਤਾਂ ਤੁਸੀਂ ਉਸ ਨੂੰ ਸਾਈਡ ਤੇ ਰੱਖ ਦਿਓ। ਜਦ ਚਿਪ ਹੀ ਚੇਂਜ ਕਰਤੀ ਤਾਂ ਰਿਜ਼ਲਟ ਆਉਂਦੇ ਸੀ, ਡਿਫਰੈਂਟ ਰਿਜ਼ਲਟ ਆਉਂਦੇ ਸੀ ਉਹਦੇ ਨਾਲ। ਇੱਕ ਦੋ ਹੋਰ ਢੰਗ ਵੀ ਹੈਗੇ ਨੇ ਜਿਹੜੇ ਸ਼ਾਇਦ ਆਪਾਂ ਪਹਿਲਾਂ ਵੀ ਆਪਾਂ ਚੈੱਕ ਕੀਤੇ, ਆਪਾਂ ਡਿਸਕਸ਼ਨ ਕੀਤੀ ਹੈ। ਤੁਸੀਂ ਦੇਖਿਆ ਹੋਣਾ ਜਿਸ ਤਰ੍ਹਾਂ ਮਸ਼ੀਨਾਂ ਸਵੈਪ ਕਰ ਦਿੰਦੇ ਨੇ ਆਪਣੇ ਤੌਰ ਤੇ, ਮਸ਼ੀਨਾਂ ਸਵੈਪ ਕਰ ਦਿੰਦੇ ਨੇ, ਜਾਂ ਮਤਲਬ ਉਸ ਜਗ੍ਹਾ ਤੇ ਕਹੀ ਜਾਂਦੇ ਹੋਰ ਕੋਡ ਦੀ ਗੱਲ ਕਹੀ ਜਾਂਦੀ ਹੈ ਕਿ ਕੋਡ ਹੁੰਦਾ ਕਿਸੇ ਜਗ੍ਹਾ ਤੇ, ਕੋਡ ਦੇ ਥਰੂ ਹੀ ਆਪਾਂ ਮਸ਼ੀਨਾਂ ਨੂੰ ਇਹ ਕਹਿੰਦੇ ਕਿ ਉਹ ਵੀ ਉਹਦੇ ਅਕੋਰਡਿੰਗਲੀ ਵੀ ਮਸ਼ੀਨਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਮੈਨੂਪਲੇਟ ਕਰ ਸਕਦੇ ਹੋ। ਫਿਰ ਮੈਂ ਉਹੀ ਗੱਲ ਤੇ ਆਉਣਾ ਚਾਹੁੰਦਾ, ਜਿਸ ਤਰ੍ਹਾਂ ਜੇ ਪਹਿਲਾਂ ਮੇਰਾ ਸਵਾਲ ਸੀ ਤੁਹਾਡੇ ਵਾਸਤੇ, ਜੋ ਯੂਪੀ 'ਚ ਇਲੈਕਸ਼ਨ ਹੋਇਆ, ਜੋ ਬਿਹਾਰ 'ਚ ਇਲੈਕਸ਼ਨ ਹੋਇਆ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੰਦੇ ਹੁਣ ਕਰੋਨਾ ਦੇ ਟਾਈਮ, ਤੁਸੀਂ ਇਹ ਦੇਖ ਕੇ ਚੱਲੋ ਵੀ ਕਰੋਨਾ ਟਾਈਮ ਆਪਾਂ ਦੇਖਿਆ ਹੀ ਹੈ, ਕਿਸੇ ਕੋਲੇ ਕੋਈ ਕਨਵੀਨਸ ਨਹੀਂ ਸੀ ਜਦੋਂ ਲਾਕਡਾਊਨ ਹੋਇਆ, ਕਿਸੇ ਨੂੰ ਬੰਦੇ ਨੂੰ ਜਾਣ ਦਾ ਕੋਈ ਹੈ ਨਹੀਂ ਸੀਗਾ ਵੀ ਕਿਸ ਤਰ੍ਹਾਂ ਕਰਨਾ। ਕੁਛ ਲੋਕਾਂ ਨੇ ਆ ਕੇ ਬੜਾ ਪੋਜ਼ਿਟਿਵ ਰੋਲ ਵੀ ਪਲੇ ਕੀਤਾ, ਜਿਵੇਂ ਸੋਨੂ ਸੂਦ ਦਾ ਨਾਂ ਲੈਤਾ ਸੀ ਆਪਾਂ, ਉਹ ਚੀਜ਼ਾਂ ਨੂੰ ਆਪਾਂ ਹਰ ਵਾਰ ਨਾਂ ਲਵਾਂਗੇ, ਸੋਨੂ ਸੂਦ ਨੇ ਜੋ ਉੱਥੇ ਰੋਲ ਪਲੇ ਕੀਤਾ। ਪਰ ਸਰਕਾਰਾਂ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਸੀਗਾ। ਆਪਾਂ ਦੇਖਿਆ ਉਸਨੂੰ ਸਰਕਾਰਾਂ ਨੂੰ ਕਿਵੇਂ ਉਹਨਾਂ ਦਾ ਕੀਤਾ ਗਿਆ, ਬਿਲਕੁਲ ਉਹਨਾਂ ਨੇ ਕੋਈ ਕਿਸਮ ਦੀ ਹੈਲਪ ਨਹੀਂ ਹੈ। ਜਿਹੜਾ ਬੰਦਾ ਇੰਨੀ ਦੇਰ ਮਹੀਨਾ ਕਈ ਮਹੀਨੇ ਪੈਦਲ ਚੱਲ ਕੇ ਆਏ ਨੇ, ਹਜ਼ਾਰਾਂ ਕਿਲੋਮੀਟਰ ਚੱਲ ਕੇ ਆਏ ਨੇ, ਤੁਹਾਨੂੰ ਲੱਗਦਾ ਕਿ ਉਹੀ ਸਰਕਾਰਾਂ ਨੂੰ ਵੋਟ ਪਾਉਣਗੇ ਤੇ ਫਿਰ ਉਸ ਤਰ੍ਹਾਂ ਮਤਲਬ ਹੋਊਗਾ? ਤਾਂ ਜਿਹੜਾ ਸਸਪੀਸ਼ੀਅਸ ਜਿਹਾ ਕੰਮ ਲੱਗਦਾ ਜਿਹੜਾ ਯੂਪੀ ਦੇ ਬਿਹਾਰ ਦੇ ਵਿੱਚ ਇਲੈਕਸ਼ਨ ਹੋਇਆ। ਤੁਸੀਂ ਕਹਿਣਾ ਚਾਹੁੰਦੇ ਹੋ? ਬਿਲਕੁਲ ਭਾਜੀ, ਤੁਹਾਡੀ ਪਹਿਲਾਂ ਮੈਂ ਜਿਹੜਾ ਤੁਸੀਂ ਪੁਆਇੰਟ ਉਠਾਇਆ ਨਾ ਵੀ ਜਿਹੜੀ ਇਹੋ EVM ਮਸ਼ੀਨ ਹੈ ਕਿੱਦਾਂ ਹੈਕ ਹੁੰਦੀ ਹੈ, ਜਿਹੜਾ ਤੁਸੀਂ ਕੋਡਿੰਗ ਸਿਸਟਮ ਕਿਹਾ, ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਡਿਸਪਲੇ ਆ, ਉਸ ਡਿਸਪਲੇ ਦੇ ਪਿੱਛੇ ਤੁਸੀਂ ਆਪਣੇ ਮਨ ਚਾਹਾ ਕੰਟਰੋਲਰ ਲਾ ਸਕਦੇ ਆ। ਜਦੋਂ ਤਾਂ ਅਸੀਂ ਵੋਟ ਪਾਉਣ ਜਾਂਦੇ ਆ ਉਸ ਵਕਤ ਤਾਂ ਉਹ ਜਿਹੜਾ ਡਿਸਪਲੇ ਆ ਸਹੀ ਦਿਖਾਉਂਦੀ ਆ, ਪਰ ਬਾਅਦ ਵਿੱਚੋਂ ਜਦੋਂ ਅਸੀਂ ਰਿਜ਼ਲਟ ਤੇ ਪਹੁੰਚਦੇ ਆ ਤਾਂ ਡਿਸਪਲੇ ਤੁਸੀਂ ਜੋ ਵੀ ਰਿਜ਼ਲਟ ਕੱਢਣਾ ਚਾਹੁੰਦੇ, ਜਿਸ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਆ ਉਸ ਪਾਰਟੀ ਨੂੰ ਜਿਤਾ ਸਕਦੇ ਆ। ਨੰਬਰ 1 ਤਰੀਕਾ ਇਹ ਆ। ਦੂਸਰਾ ਕੋਡਿੰਗ ਦਾ ਸਿਸਟਮ ਆ, ਤੁਸੀਂ ਆਪਣੀ ਕੋਡਿੰਗ ਤਿਆਰ ਕਰਕੇ ਬੰਦੇ ਨੂੰ ਭੇਜ ਦਿਓ, ਜਦੋਂ ਵੋਟ ਪਾਉਣ ਜਾਂਦਾ ਉਹ ਆਪਣੀ ਕੋਡਿੰਗ ਪਾ ਸਕਦਾ। ਤੀਸਰਾ ਤਰੀਕਾ ਆ ਜਿਹੜੀ ਮੈਮਰੀ ਚਿਪ ਆ, ਉਹਨੂੰ ਤੁਸੀਂ ਜੇ ਵਾਇਰਲੈਸਲੀ ਕਿਸੇ ਤਰੀਕੇ ਦੇ ਨਾਲ ਕੋਈ ਕੰਟਰੋਲ ਕਰਕੇ ਉਹਦੀ ਜਿਹੜੀ ਇੰਟਰਨਲ ਮੈਮਰੀ ਆ ਉਹ ਚੇਂਜ ਕੀਤੀ ਜਾ ਸਕਦੀ ਹੈ। 3 ਤਰੀਕੇ ਅਸੀਂ ਗੂਗਲ ਦੇ ਉੱਤੇ ਦੇਖੇ ਆ ਜਿਹੜੇ ਕਿ ਉਹ EVM ਨੂੰ ਹੈਕ ਕਰਦੇ ਆ। ਉੱਦਾਂ EVM ਦੇ ਵਿੱਚ ਨਾ ਤੁਸੀਂ ਇੰਟਰਨੈਟ ਦੇ ਥਰੂ ਜੁੜੀ ਜਾਂਦੀ ਆ, ਨਾ ਤੁਸੀਂ ਇਹਦੇ 'ਚ USB ਕੇਬਲ ਹੁੰਦੀ ਆ, ਕੋਈ ਇਦਾਂ ਦੀ ਚੀਜ਼ ਨਹੀਂ ਹੁੰਦੀ। ਬੜੀ ਸਿਕਿਉਰ ਬਣਾਈ ਗਈ ਆ, ਪਰ ਇਹਨੂੰ ਵੀ ਕੋਈ ਵੀ ਚੀਜ਼ ਜਿਹੜੀ ਆ 100% ਇਲੈਕਟ੍ਰੋਨਿਕ ਦੇ ਵਿੱਚ ਸਿਕਿਉਰ ਨਹੀਂ ਹੁੰਦੀ। ਤੁਸੀਂ ਉਹਨਾਂ ਨੂੰ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਹਾਈਕ ਕਰ ਸਕਦੇ ਆ। ਇੱਥੋਂ ਤੱਕ ਕਿ ਐਪਲ ਦਾ ਫੋਨ ਬੰਦੇ ਹਾਈਕ ਕਰ ਲੈਂਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ ਅਸੀਂ ਕਹਿ ਸਕਦੇ ਆ ਵੀ ਇਹ ਇੱਕ ਡੈਮੋਕ੍ਰੇਸੀ ਨੂੰ ਖਤਰਾ ਆ। ਜਿਹੜਾ ਤੁਸੀਂ ਕੁਐਸਚਨ ਕਰਦੇ ਆ ਨਾ ਵੀ ਇਹ ਇਲੈਕਸ਼ਨ ਆ ਰਹੇ ਆ, ਇੱਥੇ ਵਿੱਚ ਦੇਖੋ ਇਹ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਇਹਦੇ ਵਿੱਚ। ਜਿਹੜਾ ਬੰਦੇ ਦਾ ਜੇ ਮੈਂ ਵੋਟ ਪਾਉਣ ਜਾਣਾ, ਮੈਂ ਆਪਣਾ ਟਾਈਮ ਕੱਢ ਕੇ ਜਾਣਾ, ਇੰਨਾ ਤੁਰ ਕੇ ਜਾਣਾ, ਜੇ ਮੇਰੀ ਵੋਟ ਫਿਰ ਵੀ ਕਿਸੇ ਦੇ ਮੇਰੇ ਹਿਸਾਬ ਨਾਲ ਨਹੀਂ ਪੈ ਰਹੀ, ਕੋਈ ਬੰਦਾ ਉਸ ਵੋਟ ਨੂੰ ਗਲਤ ਤਰੀਕੇ ਦੇ ਨਾਲ ਟਰਾਂਸਫਰ ਕਰ ਰਿਹਾ ਆ, ਤਾਂ ਮੇਰੇ ਅਧਿਕਾਰਾਂ ਦਾ ਮੈਨੂੰ ਫਾਇਦਾ ਕੀ ਆ ਵੋਟ ਪਾਉਣ ਜਾਣ ਦਾ? ਮੈਂ ਇੰਨਾ ਤੁਰ ਕੇ ਕਿਉਂ ਗਿਆ, ਮੈਂ ਇੰਨਾ ਟਾਈਮ ਕਿਉਂ ਖਰਾਬ ਕੀਤਾ ਉੱਥੇ ਜਾਣ ਦਾ? ਮੈਂ ਆਪਣੇ ਪਰਿਵਾਰ ਦਾ ਟਾਈਮ ਭੰਨਿਆ, ਆਪਣਾ ਟਾਈਮ ਭੰਨਿਆ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਲੋਕੀ ਗਰੀਬ ਲੋਕੀ ਆ ਉਹਨਾਂ ਦਾ ਤਾਂ ਸਕਿੰਟ ਬਹੁਤ ਕੀਮਤੀ ਹੁੰਦਾ, ਉਹਨਾਂ ਨੇ ਦਿਹਾੜੀਆਂ ਲਾ ਕੇ ਪੈਸੇ ਬਣਾਉਣੇ ਹੁੰਦੇ ਆ, ਤੇ ਜੇ ਉਹ ਦਿਹਾੜੀ ਭੰਨ ਕੇ ਜਾਂਦੇ ਆ ਤੇ ਜੇ ਫਿਰ ਵੀ ਉਹਨਾਂ ਦੀ ਦਿਹਾੜੀ ਭੰਨੀ ਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਫਿਰ ਉਹ ਡੈਮੋਕ੍ਰੇਸੀ ਕਾਹਦੀ ਰਹਿ ਗਈ ਉੱਥੇ? ਉਹ ਤਾਂ ਫਿਰ ਇੱਕ ਇਹੋ ਜਿਹੇ ਬੰਦਿਆਂ ਦੇ ਹੱਥ ਵਿੱਚ ਮਸ਼ੀਨ ਆ ਗਈ ਜਿਹਨੂੰ ਅਸੀਂ ਕਹਿੰਦੇ ਵੋਟ ਮਾਫੀਆ, ਜਿਹਦੇ ਕਰਕੇ ਇਹ EVM ਮਸ਼ੀਨ ਆਈ ਸੀ। ਉਹ ਤਾਂ ਫਿਰ ਉਹ ਜ਼ਿਆਦਾ ਫਾਇਦਾ ਲੈ ਰਹੇ ਕਿਉਂਕਿ ਹੁਣ ਤਾਂ ਉਹਨਾਂ ਦੇ ਐਲੀਗੇਸ਼ਨ ਵੀ ਨਹੀਂ ਲੱਗ ਸਕਦਾ। ਪਹਿਲਾਂ ਤਾਂ ਕਹਿੰਦੇ ਸੀ ਨਾ ਬੈਲਟ ਪੇਪਰ ਬੈਲਟ ਬਾਕਸ ਫਲਾਣਾ ਬੰਦਾ ਲੈ ਗਿਆ ਜੀ, ਇਹਨੂੰ ਦੁਬਾਰਾ ਕਰਾਓ। ਹੁਣ ਅਸੀਂ ਪ੍ਰੂਫ ਵੀ ਨਹੀਂ ਕਰ ਸਕਦੇ। ਇਹੋ ਹੀ ਗੱਲ ਅਮਨ ਸ਼ਰਮਾ ਜੀ ਕੁਐਸਚਨ ਕੀਤਾ ਸੀਗਾ ਆਪਣੇ ਰਵੀਸ਼ ਜੀ ਨੇ ਇੱਕ ਕਮਿਸ਼ਨਰ ਨੂੰ, ਜਿਹੜਾ ਚੋਣ ਕਮਿਸ਼ਨਰ ਆ, ਉਹ ਕਹਿੰਦਾ ਵੀ ਤੁਸੀਂ ਇਹ ਦੱਸੋ ਵੀ ਲੋਕੀ ਤੁਹਾਨੂੰ ਪ੍ਰੂਵ ਕਿੱਦਾਂ ਕਰਨ ਜਿਹੜੀਆਂ EVM ਮਸ਼ੀਨਾਂ ਰੋਂਗ ਆ। ਤਾਂ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਸੀ ਰਵੀਸ਼ ਕੁਮਾਰ ਜੀ ਨੇ, ਉਹ ਕਹਿੰਦੇ ਵੀ ਕੇਜਰੀਵਾਲ ਜੀ ਨੇ ਇੱਕ ਵਾਰੀ ਇੱਕ ਐਗਜ਼ਾਮਪਲ ਦਿੱਤੀ ਵੀ ਉਹਨਾਂ ਦੇ ਕਿਸੇ ਵਿਧਾਇਕ ਨੂੰ 0 ਵੋਟ ਪਈ ਹੈ। ਉਹ ਕਹਿੰਦਾ ਵੀ ਮੇਰੇ ਤੇ ਮੇਰੇ ਪਰਿਵਾਰ ਦੀ ਵੋਟ ਵੀ ਕਾਊਂਟ ਨਹੀਂ ਹੋਈ। ਕੀ ਇਹ ਇੱਕ ਪ੍ਰੂਫ ਨਹੀਂ ਆ? ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰੂਫ ਚਾਹੀਦੇ ਆ ਕਿ ਤੁਸੀਂ ਇਹਦੇ ਅਗੇਂਸਟ ਤੁਸੀਂ ਕੋਈ ਸਟੈਪ ਲੈ ਸਕੋ?
ਤੇ ਉਹ ਜਿਹੜਾ ਚੋਣ ਕਮਿਸ਼ਨਰ ਸੀ ਉਹ ਕਹਿੰਦਾ ਸੀ ਵੀ ਜਿਹੜੀ ਉਹਨੇ ਕੁਐਸਚਨ ਕੀਤਾ ਰਵੀਸ਼ ਕੁਮਾਰ ਜੀ ਨੇ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਕਿੱਦਾਂ ਕਹਿ ਸਕਦੇ, ਅਮਰੀਕਾ ਇਸ ਚੀਜ਼ ਨੂੰ ਕਹਿ ਰਿਹਾ, ਜਰਮਨ ਇਸ ਚੀਜ਼ ਨੂੰ ਕਹਿ ਰਿਹਾ, ਜਾਪਾਨ ਇਸ ਚੀਜ਼ ਨੂੰ ਕਹਿ ਰਿਹਾ, ਨੀਦਰਲੈਂਡ ਇਸ ਚੀਜ਼ ਨੂੰ ਕਹਿ ਰਿਹਾ ਵੀ ਇਸ ਚੀਜ਼ ਨੂੰ ਹਾਈਕ ਕੀਤਾ ਜਾ ਸਕਦਾ, ਤੇ ਤੁਸੀਂ ਕਿੱਦਾਂ ਕਹਿ ਰਹੇ ਮੈਨੂੰ ਹਾਈਕ ਕਿਉਂ ਨਹੀਂ ਕੀਤਾ ਜਾ ਸਕਦਾ? ਤੇ ਉਹਦਾ ਜਵਾਬ ਪਤਾ ਕੀ ਸੀ ਅਮਨ ਸ਼ਰਮਾ ਜੀ? ਔਰ ਰਵੀਸ਼ ਕੁਮਾਰ ਜੀ ਹੱਸ ਪਏ ਉਹ ਜਵਾਬ ਸੁਣ ਕੇ, ਕਹਿੰਦੇ ਇੰਡੀਆ ਦੀ ਟੈਕਨੋਲੋਜੀ ਅਮਰੀਕਾ ਦੀ ਟੈਕਨੋਲੋਜੀ ਨਾਲ ਜ਼ਿਆਦਾ ਵਧੀਆ ਹੈ। ਓ ਅੱਛਾ। ਕਹਿੰਦੇ ਵੀ ਇੰਡੀਆ ਦੀ ਟੈਕਨੋਲੋਜੀ ਦਾ ਅਮਰੀਕਾ ਮੁਕਾਬਲਾ ਨਹੀਂ ਕਰ ਸਕਦਾ। ਇਹ ਉਸ ਚੋਣ ਕਮਿਸ਼ਨਰ ਦਾ ਜਵਾਬ ਸੀਗਾ। ਇਹ ਆਨਲਾਈਨ ਵੀਡੀਓ ਪਈ ਆ ਰਵੀਸ਼ ਕੁਮਾਰ ਜੀ ਦੀ ਇੰਟਰਵਿਊ ਜਿਹੜੀ ਆ ਚੋਣ ਕਮਿਸ਼ਨਰ ਦੇ ਨਾਲ ਹੈ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਜੀ ਕਿ ਜਿੱਥੇ ਤੁਸੀਂ ਅਮਰੀਕਾ ਤੇ ਜਿਹੜੇ ਨੀਦਰਲੈਂਡ ਜਾਂ ਜਾਪਾਨ ਦੀ ਹਾਈਕ ਨਹੀਂ ਕਰ ਸਕੇ, ਆਪਾਂ ਉੱਥੇ ਉਦੋਂ ਅੱਗੇ ਲੈਵਲ ਤੇ ਜਾ ਕੇ ਹਾਈਕ ਕਰ ਸਕਦੇ ਆਪਾਂ। ਉਹਨਾਂ ਦਾ ਮਤਲਬ ਇਹ ਸੀ ਕਹਿਣ ਦਾ। ਯਾ ਏਦਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਮਤਲਬ ਇਹ ਸੀਗਾ। ਤੇ ਪਰ ਇਹ ਦੇਖੋ ਇਲੈਕਟ੍ਰੋਨਿਕ ਦੇ ਵਿੱਚ ਕੋਈ ਵੀ ਚੀਜ਼ ਇਦਾਂ ਦੀ ਨਹੀਂ ਬਣੀ ਹੈਗੀ ਜਿਹੜੀ ਕਿ ਜਿਹਦਾ ਕੋਈ ਡਿਸਐਡਵਾਂਟੇਜ, ਜਿਸ ਚੀਜ਼ ਦੀ ਐਡਵਾਂਟੇਜ ਆ ਉਹਦੀ ਡਿਸਐਡਵਾਂਟੇਜ ਜ਼ਰੂਰ ਬਣੀ ਹੋਈ ਹੈ। ਰਾਈਟ। ਤੁਸੀਂ ਕਿਸੇ ਚੀਜ਼ ਨੂੰ 100% ਸ਼ੋਰ ਨਹੀਂ ਕਹਿ ਸਕਦੇ। ਅਮਰੀਕਾ ਦੇ ਵਿੱਚ ਇੱਕ ਰੂਲ ਆ, ਮੈਂ ਹੁਣ ਜਿੱਦਾਂ ਆਪਣਾ ਬਿਜ਼ਨਸ ਕਰਦਾ ਆ, ਅਸੀਂ ਕਿਸੇ ਨੂੰ 100% ਨਹੀਂ ਕਹਿ ਸਕਦੇ, ਚਾਹੇ ਸਾਨੂੰ ਸ਼ੋਰ ਵੀ ਆ ਵੀ 100% ਆ, ਫਿਰ ਵੀ ਅਸੀਂ ਉਹਨੂੰ 100% ਨਹੀਂ ਕਹਿ ਸਕਦੇ। ਉੱਥੇ ਮੇ ਬੀ ਇਦਾਂ ਦੇ ਵਰਡ ਯੂਜ਼ ਕਰਦੇ ਆ ਵੀ 99% ਆਪਾਂ ਇੱਥੇ ਐਗਰੀ ਕਰਦੇ ਹਾਂ। ਸੋ ਜਿਹੜਾ ਚੋਣ ਕਮਿਸ਼ਨਰ ਤੇ ਹਾਸਾ ਆਉਂਦਾ ਆਪਾਂ ਇੰਡੀਆ ਵਾਲਿਆਂ ਤੇ ਕਿ ਉਹ ਇੰਨੇ ਦਾਅਵੇ ਨਾਲ ਕਹਿ ਰਹੇ ਆ ਕਿ ਮਸ਼ੀਨ ਕਦੀ ਵੀ ਹਾਈਕ ਨਹੀਂ ਕੀਤੀ ਜਾ ਸਕਦੀ। ਇਹ ਇੱਕ ਕੁਐਸਚਨ ਹੈ ਡੈਮੋਕ੍ਰੇਸੀ ਦੇ ਉੱਤੇ ਕਿ ਜਿਹੜਾ ਸਾਰੇ ਚੋਣ ਕਮਿਸ਼ਨ ਨੂੰ ਚਲਾਉਂਦਾ, ਜਿਹਨੇ ਕਿ ਦੇਸ਼ ਦਾ ਜਿਹੜਾ ਭਵਿੱਖ ਆ ਉਹ ਬਣਾਉਣਾ ਆ ਵੋਟਾਂ ਦੇ ਥਰੂ ਔਰ ਇਸ ਆਜ਼ਾਦੀ ਨੂੰ ਕਾਇਮ ਰੱਖਣਾ, ਜੇ ਉਹਨਾਂ ਦੇ ਬੰਦੇ ਇਹੋ ਜਿਹੇ ਹਾਸੋਹੀਣੀਆਂ ਗੱਲਾਂ ਕਰਦੇ ਆ ਕਿ ਟੀਵੀ ਦੇ ਉੱਤੇ ਆਪਣੀ ਇੰਟਰਵਿਊਜ਼ ਦਿੰਦੇ ਆ, ਤਾਂ ਅਸੀਂ ਕਿੱਦਾਂ ਡੈਮੋਕ੍ਰੇਸੀ ਨੂੰ ਬਚਾ ਸਕਦੇ ਆ? ਇਹ ਆਵਾਜ਼ ਉੱਠਣੀ ਚਾਹੀਦੀ ਹੈ ਜੀ। ਹਾਂਜੀ ਅਮਰ ਸ਼ਰਮਾ। ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ, ਆਵਾਜ਼ ਉੱਠਣੀ ਚਾਹੀਦੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਕਿ ਮੈਂ ਉਹੀ ਗੱਲ ਪਹਿਲਾਂ ਕਹਿ ਕੇ ਹਟਿਆ ਵੀ ਇੱਕ ਬੰਦੇ ਨੇ ਜਿਸ ਤਰ੍ਹਾਂ ਇੱਕ ਸਰਕਾਰ ਬਣ ਗਈ ਹੈ ਤੇ ਉਸ ਤੋਂ ਈਵੀਐਮ ਉਹਨਾਂ ਦੇ ਹੱਥ 'ਚ ਆ ਗਈ, ਫਿਰ ਤਾਂ ਡੈਮੋਕ੍ਰੇਸੀ ਰਹੀ ਨਹੀਂ। ਈਵੀਐਮ ਉਹਦੇ ਹੱਥ 'ਚ ਆ ਗਈ ਤਾਂ ਉਹਨਾਂ ਨੇ ਬੰਦੇ ਨੇ ਉਹੀ ਆਪਣੀ ਓਬਵੀਅਸਲੀ ਬੰਦੇ ਜਿਤਾਣੇ ਨੇ। ਫਿਰ ਤਾਂ ਇੱਕ ਵਾਰ ਸਰਕਾਰ ਬਣਾਉਣ ਦੀ ਲੋੜ ਹੈ, ਦੁਬਾਰੇ ਆਪਾਂ ਨੂੰ ਕੁਝ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਤਾਂ ਫਿਰ ਜਿਹੜੇ ਲਾਅ ਮੇਕਰ ਨੇ ਜੇ ਰਹਿਣਗੇ ਉਸ ਤਰ੍ਹਾਂ ਹੀ ਰਹਿਣਗੇ, ਉਹਦੇ ਅਗੇਂਸਟ ਤੁਸੀਂ ਕੋਈ ਮਰਜ਼ੀ ਪ੍ਰੋਟੈਸਟ ਕਰ ਲਓ, ਕੁਛ ਕਰ ਲਓ, ਤੁਸੀਂ ਆਪਣਾ ਸਿਰਫ ਟਾਈਮ ਵੇਸਟ ਕਰ ਰਹੇ ਹੋ। ਜੇ ਬੰਦਿਆਂ ਨੇ ਉਹਨਾਂ ਨਹੀਂ ਰਹਿਣਾ ਤਾਂ ਫਿਰ ਰੂਲਰ ਨੇ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰਨਾ ਹੈ। ਇਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰੀ ਜੋ ਸਾਡੇ ਅਨੁਸਾਰ ਜਿਹੜੀ ਇਸ ਟਾਈਮ ਜ਼ਰੂਰੀ ਜਿਸ ਟੌਪਿਕ ਤੇ ਗੱਲ ਕਰਨ ਦੀ ਸਾਡਾ ਬਣਦਾ, ਇਸ ਟਾਈਮ ਸਾਡਾ ਫਰਜ਼ ਬਣਦਾ ਹੈ, ਫਾਰਮਰਸ ਪ੍ਰੋਟੈਸਟ ਜੋ ਚੱਲ ਰਿਹਾ, ਅਸੀਂ ਬਿਲਕੁਲ ਉਹਦੀ ਸਪੋਰਟ ਕਰ ਰਹੇ ਹਾਂ, ਸਾਰਾ ਕੁਝ ਉਹਦੇ ਨਾਲ ਚੱਲ ਰਹੇ ਹਾਂ। ਨਾਲ ਨਾਲ ਇਸ ਤੋਂ ਬਾਅਦ ਆਪਾਂ ਨੂੰ ਹੋਰ ਵੀ ਕਈ ਚੀਜ਼ਾਂ ਦੇ ਨਾਲ ਆਪਾਂ ਨੂੰ ਗੱਲ ਕਰਨੀ ਪੈਣੀ ਹੈ। ਜਿਸ ਤਰ੍ਹਾਂ ਆਪਾਂ ਅੱਜ ਟੌਪਿਕ ਚੱਕਿਆ ਆਪਾਂ ਈਵੀਐਮ ਵਾਲਾ, ਕਿ ਆਪਾਂ ਫਾਰਮਰ ਪ੍ਰੋਟੈਸਟ ਕਰ ਤੇ ਚੱਲ ਰਹੇ ਹਾਂ, ਆਪਾਂ ਸਾਰਾ ਕੁਝ ਚੱਲ ਰਿਹਾ ਉੱਥੇ। ਮਤਲਬ ਜਦੋਂ ਆਪਣਾ ਹੁੰਦਾ ਤਾਂ ਆਪਾਂ ਨੂੰ ਈਵੀਐਮ ਦਾ ਚੱਕਣਾ ਬਹੁਤ ਜ਼ਰੂਰੀ ਹੈ ਇਸ ਟਾਈਮ। ਇਹ ਚੀਜ਼ ਇਸ ਟਾਈਮ ਹੋਰ ਜ਼ਰੂਰੀ ਹੈ ਕਿਉਂਕਿ ਜੋ ਇਹ ਟੌਪਿਕ ਹੈ ਈਵੀਐਮ ਦਾ ਟੌਪਿਕ ਸਾਰੇ ਜਿੰਨੇ ਵੀ ਇਸ ਟਾਈਮ ਜੋ ਆਪੋਜੀਸ਼ਨ ਪਾਰਟੀਜ਼ ਨੇ ਸਭ ਦਾ ਟੌਪਿਕ ਹੈ, ਕਾਮਨ ਟੌਪਿਕ ਹੈ, ਕਿਸੇ ਇੱਕ ਪਾਰਟੀ ਦਾ ਟੌਪਿਕ ਨਹੀਂ ਹੈ। ਇਹ ਸਾਰਿਆਂ ਦਾ ਕਾਮਨ ਟੌਪਿਕ ਹੈ। ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬੁਲੰਦ ਆਵਾਜ਼ ਕਰਨੀ ਚਾਹੀਦੀ ਹੈ ਤਾਂ ਕਿ ਈਵੀਐਮ ਨੂੰ ਇਸ ਨੂੰ ਮਤਲਬ ਸੁੱਟਿਆ ਜਾਵੇ, ਇਸ ਨੂੰ ਘਰ ਵਿੱਚ ਪਾ ਕੇ ਜਾ ਕੇ ਤੁਸੀਂ ਬੈਲਟ ਪੇਪਰ ਨੂੰ ਦੁਬਾਰਾ ਲਿਆਂਦੇ ਜਾਵੇ ਤਾਂ ਕਿ ਦੁਬਾਰਾ ਇਹਨਾਂ ਨੂੰ ਆਪਾਂ ਜੋ ਫੇਅਰ ਇਲੈਕਸ਼ਨ ਹੋ ਸਕਣ। ਅਮਨ ਸ਼ਰਮਾ ਜੀ, ਮੈਂ ਤੁਹਾਡੀ ਗੱਲ ਦੇ ਵਿੱਚ ਮੈਂ ਗੱਲ ਐਡ ਕਰਨੀ ਚਾਹੁੰਦਾ। ਹੁਣ ਮੈਂ ਮੰਨ ਲਓ ਬਹੁਤ ਜ਼ਿਆਦਾ ਬਿਮਾਰ ਆ ਜੀ, ਮੈਨੂੰ ਕੋਈ ਬਿਮਾਰੀ ਕੋਈ ਹੋ ਰਿਹਾ ਤੇ ਮੈਂ ਗੋਲੀ ਕੋਈ ਹੋਰ ਲਈ ਜਾਂਦਾ। ਹਾਂਜੀ ਹਾਂ, ਹਨਾ, ਮੇਰੀ ਬਿਮਾਰੀ ਵਧਣੀ ਆ। ਸੇਮ ਥਿੰਗ ਇਹ ਆ, ਈਵੀਐਮ ਇੱਕ ਬਿਮਾਰੀ ਦਾ ਜਿਹੜਾ ਉਹ ਜੜ ਆ। ਦੇਖੋ ਇਹ ਕਿਸਾਨ ਅੰਦੋਲਨ ਕਿਉਂ ਹੋਇਆ? ਕਿਉਂਕਿ ਈਵੀਐਮ ਦੇ ਦੁਆਰਾ ਜਿਹੜੀ ਅਸੀਂ ਸਰਕਾਰ ਬਣਾਈ ਆ, ਜਿਹੜੀ ਬਣੀ ਆ, ਜਿਹੜੀ ਕਿ ਬਹੁਤ ਸਾਰੇ ਲੋਕੀ ਕਹਿ ਰਹੇ ਆ ਵੀ ਇਹਨਾਂ ਨੇ ਧੋਖੇ ਦੇ ਨਾਲ ਈਵੀਐਮ ਦੇ ਤੇ ਜੁਗਾੜ ਬਣਾ ਕੇ। ਹੁਣ ਮਨਜੀਤ ਜੀ ਹੋਣੀ ਵੀ, ਮੈਂ ਤੁਹਾਨੂੰ ਦੱਸਦਾ, ਮਨਜੀਤ ਕੌਰ ਜੀ ਸ਼ੇਖੋਂ ਕਹਿ ਰਹੇ ਇੰਡੀਆ ਨਾਟ ਟੈਕਨੋਲੋਜੀਕਲ ਬਟ ਜੁਗਾੜੀ। ਮੈਂ ਜੁਗਾੜੀ ਜਿਹੜਾ ਵਰਡ ਯੂਜ਼ ਕਰੂੰਗਾ, ਜਿਹੜਾ ਇਹਨਾਂ ਨੇ ਜੁਗਾੜ ਲਾ ਕੇ ਇਹੋ ਆਪਣੇ ਆਪ ਨੂੰ ਜਿਤਾਇਆ। ਇਹ ਬਿਮਾਰੀ ਈਵੀਐਮ, ਜੇ ਕਿਸਾਨ ਅੰਦੋਲਨ ਕਰਨ ਦੀ ਲੋੜ ਹੀ ਨਹੀਂ ਸੀ ਜੇ ਆਪਣੀ ਸਰਕਾਰ ਵਧੀਆ ਹੋਵੇ, ਜੇ ਆਪਣੀ ਸਰਕਾਰ ਸਹੀ ਚੁਣੀ ਜਾਵੇ, ਡੈਮੋਕ੍ਰੇਸੀ ਦੇ ਨਾਲ ਚੁਣੀ ਜਾਵੇ, ਜੇ ਸਰਕਾਰ ਨੂੰ ਪਤਾ ਹੋਵੇ 5 ਸਾਲ ਬਾਅਦ ਮੇਰੀਆਂ ਵੋਟਾਂ ਜਿਹੜੀਆਂ ਲੋਕਾਂ ਨੇ ਪਾ ਕੇ ਮੈਨੂੰ ਜਿਤਾਉਣੀਆਂ ਆ, ਤਾਂ ਸਰਕਾਰ ਦੇ ਦਿਲ 'ਚ ਡਰ ਹੁੰਦਾ ਵੀ ਮੈਂ ਇਦਾਂ ਦੇ ਕੰਮ ਨਾ ਕਰਾਂ। ਅੱਜ ਉਹ ਨਿਡਰ ਕਿਉਂ ਨੇ? ਅੱਜ ਉਹ ਕਿਸਾਨਾਂ ਦੀ ਗੱਲ ਮੰਨ ਕਿਉਂ ਨਹੀਂ ਰਹੇ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਹੱਥ ਦੇ ਵਿੱਚ ਵੋਟਿੰਗ ਆ। ਜੇ ਸਾਡੇ ਲੋਕੀ ਸਾਡਾ ਖਿਲਾਫਤ ਵੀ ਕਰਨਗੇ ਤਾਂ ਸਾਨੂੰ ਪਤਾ ਕਿੱਦਾਂ ਜਿੱਤਣਾ। ਸੋ ਇਸ ਕਰਕੇ ਜਿਹੜੀ ਜੜ ਆ ਨਾ ਬਿਮਾਰੀ ਦੀ, ਉਹਨੂੰ ਤੋੜਨਾ ਚਾਹੀਦਾ। ਜਿਹੜੀ ਜੜ ਆ ਉਹ ਈਵੀਐਮ ਆ। ਜੇ ਅਸੀਂ ਈਵੀਐਮ ਨੂੰ ਨਾ ਤੋੜ ਸਕੇ ਤਾਂ ਪਤਾ ਨਹੀਂ ਕਿੰਨੇ ਕਿਸਾਨ ਅੰਦੋਲਨ ਕਰਨੇ ਪੈਣੇ, ਕਿੰਨੇ ਹੋਰ ਵਾਰੀ ਸਾਨੂੰ ਸ਼ਹੀਦ ਹੋਣਾ ਪੈਣਾ, ਪਤਾ ਨਹੀਂ ਹੋਰ ਕਿਹੜੇ। ਹੁਣ ਕੱਲਾ ਕਿਸਾਨ ਅੰਦੋਲਨ ਨਹੀਂ, ਜਿਹੜੇ ਬਾਕੀ ਹੋਏ ਆ, ਜਿੱਦਾਂ ਹੁਣ ਜੰਮੂ ਕਸ਼ਮੀਰ 'ਚ ਹੋ ਰਿਹਾ, ਜਾਂ ਜਿਹੜਾ ਸ਼ਹੀਨ ਬਾਗ ਦੇ ਵਿੱਚ ਹੋਇਆ, ਕਿੱਦਾਂ ਦੇ ਕੇਸ ਹੋਏ ਆ ਜਿਹਦੇ ਵਿੱਚ ਕਿ ਇਹਨਾਂ ਨੇ ਪੂਰੀ ਧੱਕੇਸ਼ਾਹੀ ਕੀਤੀ ਆ। ਕਿਉਂ ਕੀਤੀ ਆ? ਕਿ ਜਦੋਂ ਦੇਖੋ ਆਪਾਂ ਮੂਵੀਆਂ ਦੇਖਦੇ ਹੁੰਦੇ ਨਾ ਅਮਨ ਸ਼ਰਮਾ ਜੀ, ਮਸ਼ੀਨ ਨੇ ਬੰਦੇ ਨੂੰ ਹਰਾਤਾ। ਬਿਲਕੁਲ।
ਉਹ ਮੂਵੀਆਂ ਜਿਹੜੀਆਂ ਅਮਰੀਕਨ ਬਣੀਆਂ ਉਹ ਸੱਚਾਈ ਆ। ਮਸ਼ੀਨ ਸੱਚਾਈ ਅੱਜ ਆ। ਕੱਲ ਬੰਦੇ ਤੇ ਕੰਟਰੋਲ ਕਰ ਰਹੀ ਆ, ਬੰਦਾ ਬਿਲਕੁਲ। ਮਸ਼ੀਨ ਦੇ ਥਰੂ ਬੰਦੇ ਨੂੰ ਕੰਟਰੋਲ ਕਰ ਰਿਹਾ। ਸੋ ਇਸ ਕਰਕੇ ਡੈਮੋਕ੍ਰੇਸੀ ਨੂੰ ਕੰਟਰੋਲ ਕੀਤਾ ਜਾ ਰਿਹਾ, ਔਰ ਇਹਦੀ ਜੜ ਜਿਹੜੀ ਆ, ਜਿਹੜੀ ਦਵਾਈ ਆ, ਅਸਲੀ ਜਿਹੜੀ ਚੀਜ਼ ਆ, ਇਹ ਜੇ ਪਟਣੀ ਆ ਤਾਂ EVM ਨੂੰ ਪਟਣਾ ਪੈਣਾ, ਸਾਰਿਆਂ ਨੂੰ ਰਲਣਾ ਪੈਣਾ, ਜਿੰਨੇ ਵੀ ਆ ਬਾਕੀ ਪਾਰਟੀਆਂ ਆ। ਆਮ ਆਦਮੀ ਪਾਰਟੀ ਦਾ ਮੈਂ ਬਹੁਤ ਸਤਿਕਾਰ ਕਰਦਾ, ਚਾਹੇ ਮੈਂ ਉਹਨਾਂ ਦੇ ਨਾਲ ਕੰਮ ਵੀ ਕਰਦਾ। ਕੰਮ ਇਸ ਕਰਕੇ ਨਹੀਂ ਕਰਦੇ ਅਸੀਂ, ਚਲੋ ਕੰਮ ਤਾਂ ਨਹੀਂ ਕਰਦੇ, ਪਰ ਇੱਕ ਵਲੰਟੀਅਰ ਆ ਆਪਾਂ ਉਹਨਾਂ ਦੇ, ਯਾਨੀ ਕਿ ਜਿੱਦਾਂ ਵੀ ਉਹਨਾਂ ਦੀ ਲਾਈਕ ਕਰਦੇ ਆ ਸੋਚ ਨੂੰ। ਤੇ ਸੋਚ ਨੂੰ ਲਾਈਕ ਕਿਉਂ ਕਰਦੇ ਆ? ਕਿਉਂਕਿ ਉਹ ਸੱਚ ਦੇ ਨਾਲ ਖੜੇ ਹੁੰਦੇ ਆ। ਉਹਨਾਂ ਨੇ ਪਹਿਲਾਂ ਵੀ ਇਹੋ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਲਿਆਂਦੀਆਂ, ਉਹਨਾਂ ਨੇ ਇਹੀ ਚੀਜ਼ ਤੇ ਕਈ ਵਾਰੀ ਇਹ ਕੁਐਸਚਨ ਉਠਾਇਆ, ਕਮਿਸ਼ਨਰ ਦੇ ਸਾਹਮਣੇ ਜਾ ਕੇ ਵੀ, ਉਹਨਾਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਵੀ ਇਹੋ ਕੁਐਸਚਨ ਉਠਾਇਆ ਕਿ ਭਾਈ ਜੀ ਇਹ ਜਿਹੜੀ ਚੀਜ਼ ਆ ਇਹ ਸਾਡੀ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਆ। ਅਮਨ ਸ਼ਰਮਾ ਜੀ, ਇੱਕ ਵਾਰੀ ਸਾਡੀ ਵੀ ਗੱਲ ਹੋ ਰਹੀ ਸੀ, ਮੈਨੂੰ ਗੱਲ ਭੁੱਲ ਗਈ, ਤੁਸੀਂ ਕੀ ਕਹਿੰਦੇ ਸੀਗੇ ਇੱਕ ਵਾਰੀ? ਉਹਦੇ ਚ ਇਸ ਤਰ੍ਹਾਂ ਸੀ ਜੀ ਕਿ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨਰ ਨੂੰ ਜਦੋਂ ਇਹ ਕੰਪਲੇਂਟ ਕੀਤੀ ਗਈ ਸੀ ਆਪਣੇ ਆਮ ਆਦਮੀ ਪਾਰਟੀ ਵੱਲੋਂ EVM ਮਸ਼ੀਨਾਂ ਬਾਰੇ, ਤੇ ਉਹਨਾਂ ਨੇ ਉਸ ਚੀਜ਼ ਵਾਸਤੇ ਕਿਹਾ ਸੀ ਕਿ ਤੁਸੀਂ ਵੀ ਇਲੈਕਸ਼ਨ ਤੁਸੀਂ ਜਿੱਤ ਰਹੇ ਹੋ, ਹੁਣ ਲਾਸਟ ਇਲੈਕਸ਼ਨ ਤੁਸੀਂ ਜਿੱਤਿਆ ਤਾਂ ਫਿਰ ਤੁਸੀਂ EVM ਨੂੰ ਗਲਤ ਕਿਵੇਂ ਕਹਿ ਸਕਦੇ ਹੋ, ਤੁਸੀਂ ਵੀ ਤਾਂ ਇਲੈਕਸ਼ਨ ਜਿੱਤਿਆ ਹੋਇਆ। ਉਹਦੇ ਵਾਸਤੇ ਜੋ ਉਸ ਟਾਈਮ ਸ਼ਾਇਦ ਆਨਸਰ ਨਹੀਂ ਹੋਇਆ ਸੀ ਜਾਂ ਕੁਝ ਹੋਰ। ਇੱਕ ਚੀਜ਼ ਮੈਂ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਇਹਦੇ ਵਿੱਚ ਕਿ ਜੇ ਆਪਾਂ ਜਦੋਂ ਚੱਲ ਪੈਂਦੇ ਆ ਹਰ ਚੀਜ਼ ਉਸ ਟਾਈਮ, ਜੋ ਜਿਹੜੀ ਹੁਣ ਰੂਲਿੰਗ BJP ਹੈ, ਉਸ ਟਾਈਮ ਇਹ ਨਹੀਂ ਕਰ ਸਕਦੇ ਤੁਸੀਂ ਕਿ ਹਰ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ। ਹੁਣ ਇਸ ਟਾਈਮ ਉਹਨਾਂ ਨੇ ਕਾਂਗਰਸ ਨੂੰ ਫੜਿਆ ਹੋਇਆ ਸੀ ਪਹਿਲਾਂ, ਵੀ ਜਿੱਥੋਂ ਪਹਿਲਾਂ ਕਾਂਗਰਸ ਨੂੰ ਆਪਾਂ ਹੈਗਾ ਕਾਂਗਰਸ ਨੂੰ ਖਤਮ ਕਰੀਏ, ਤੇ ਬਾਅਦ ਦੇ ਵਿੱਚ ਜੋ ਹੋਏਗਾ ਉਹਨਾਂ ਨੂੰ ਸੈਕੰਡਲੀ ਉਹਨਾਂ ਨੂੰ ਆਪ ਤੋਂ ਇੰਨਾ ਖਤਰਾ ਉਸ ਟਾਈਮ ਲੱਗਦਾ ਨਹੀਂ ਸੀ ਕਿ ਆਪ ਤੋਂ ਇੰਨਾ ਜ਼ਿਆਦਾ ਖਤਰਾ ਹੈਗਾ। ਇਸ ਕਰਕੇ ਉਹ ਇੱਕ ਪਾਰਟੀ ਤੇ ਕੰਸੈਂਟਰੇਟ ਕਰ ਰਹੇ ਸੀਗੇ। ਕਾਂਗਰਸ ਦਾ ਜੋ ਤੁਸੀਂ ਦੇਖਿਆ ਕਾਂਗਰਸ ਦਾ ਕੀ ਹਾਲ ਹੋਇਆ, ਉਹਦੇ ਵਿੱਚ ਵੀ EVM ਦਾ ਬਹੁਤ ਵੱਡਾ ਰੋਲ ਹੈ। ਇਸ ਕਰਕੇ ਉਹ ਸਿਰਫ ਇਹੀ ਸੀਗਾ ਕਿ ਆਪਾਂ ਇੱਕ ਪਾਰਟੀ ਨੂੰ ਪਹਿਲਾਂ ਖਤਮ ਕਰ ਲਈਏ, ਫਿਰ ਆਪਾਂ ਅੱਗੇ ਦੇਖਿਆ ਜਾਊ। ਇਸ ਕਰਕੇ ਉਹਨਾਂ ਨੇ ਉਸ ਟਾਈਮ ਇੱਕੋ ਪਾਰਟੀ ਤੇ ਕੰਸੈਂਟਰੇਟ ਕਰਕੇ ਵੀ ਕਾਂਗਰਸ ਜਿੱਥੇ ਹੈਗੀ ਹੈ ਉਹਨੂੰ ਖਤਮ ਕਰੋ, ਕਿਉਂਕਿ ਜੇ ਆਪਾਂ ਹਰ ਜਗ੍ਹਾ ਤੇ ਕਰਨ ਲੱਗੇ ਵੀ ਹਰ ਇਲੈਕਸ਼ਨ ਹੀ ਆਪਾਂ ਜਿੱਤਣ ਲੱਗੇ, ਫਿਰ ਤਾਂ ਸਾਰਾ ਕੁਝ ਕਲੀਅਰ ਹੀ ਹੋ ਜਾਣਾ ਵੀ ਡੈਮੋਕ੍ਰੇਸੀ ਹੁਣ ਖਤਮ ਹੋ ਗਈ ਹੈ। ਰਾਈਟ, ਇਹ ਤਾਂ ਬਿਲਕੁਲ ਡੈਮੋਕ੍ਰੇਸੀ ਖਤਮ ਹੋ ਗਈ, ਫਿਰ ਡਿਕਟੇਟਰਸ਼ਿਪ ਚੱਲ ਪਈ। ਹੁਣ ਇਸ ਕਰਕੇ ਉਹਨਾਂ ਨੂੰ ਜਿਹੜੀ ਸਿਰਫ ਉਹਦਾ ਮੇਨ ਮੋਟਿਵ ਉਸ ਨੇ ਕਾਂਗਰਸ ਖਤਮ ਕਰਨ ਦਾ ਸੀਗਾ, ਜਿਹੜੇ ਵਿੱਚੋਂ ਕਾਮਯਾਬ ਰਹੇ ਨੇ। ਉਹਨਾਂ ਨੇ ਉਸ ਕਾਂਗਰਸ ਨੂੰ ਖਤਮ ਕਰਨ ਵਾਸਤੇ ਜਿੱਥੇ ਇਲੈਕਸ਼ਨ ਹੋਇਆ ਉਦੋਂ EVM ਯੂਜ਼ ਕੀਤਾ, ਹਰ ਜਗ੍ਹਾ ਤੇ ਉਹਨਾਂ ਨੇ ਯੂਜ਼ ਨਹੀਂ ਕੀਤਾ। ਹੁਣ ਜਿਉਂ-ਜਿਉਂ ਇਹ ਟਾਈਮ ਨਿਕਲੂਗਾ, ਜੇ ਆਪਾਂ ਲੋਕ ਉੱਠੇ ਨਾ ਇਹਦੇ ਅਗੇਂਸਟ, EVM ਦੇ ਅਗੇਂਸਟ, ਉਹਨਾਂ ਨੇ ਹੌਲੀ-ਹੌਲੀ ਹਰ ਜਗ੍ਹਾ ਕੈਪਚਰ ਕਰ ਲੈਣਾ। ਹੁਣ ਤੁਸੀਂ ਬੰਗਾਲ ਦੇ ਵਿੱਚ ਹੀ ਦੇਖ ਰਹੇ ਹੋ ਇਲੈਕਸ਼ਨ ਹੋਣੇ ਆ, ਤੇ ਬੰਗਾਲ ਦੇ ਵਿੱਚ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਤੋੜ ਭੰਨ ਚੱਲ ਰਹੀ ਹੈ, ਉਧਰ ਉਹ ਜਾ ਰਹੇ ਆ, ਉਧਰ ਬੰਦੇ ਉਧਰ ਜਾ ਰਹੇ ਆ। ਇਵੈਂਚੁਅਲੀ ਤਾਂ ਇਹ ਹੋਣਾ ਕਿ ਫਿਰ ਉੱਥੇ EVM ਦੇ ਵਿੱਚ ਜਾ ਕੇ ਲਿਆ ਕੇ ਫਿਰ ਉਹਨਾਂ ਨੇ ਫਿਰ ਉਹੀ ਕੰਮ ਖੇਡਣਾ। ਇਹਨਾਂ ਨੇ ਜੋ ਪਹਿਲਾਂ ਖੇਡਿਆ, ਇਹਨਾਂ ਨੇ ਗੇਮਸ ਖੇਲ ਕੇ ਇਹਨਾਂ ਨੇ ਫਿਰ ਉਹੀ ਜਿੱਤ ਲੈਣਾ। ਨਹੀਂ, ਸਹੀ ਗੱਲ ਹੈ ਅਮਨ ਸ਼ਰਮਾ ਜੀ, ਬਿਲਕੁਲ ਸ਼ਰਮਾ ਜੀ। ਦੇਖੋ ਸੁਬਰਮਨਿਅਮ ਸਵਾਮੀ ਜਿਹੜਾ BJP ਦਾ ਸੀ 2004 ਦੇ ਵਿੱਚ, ਇਸ ਬੰਦੇ ਨੇ EVM ਦੇ ਖਿਲਾਫ ਬਹੁਤ ਜ਼ਿਆਦਾ ਬੋਲਿਆ ਸੀ। ਇਹਨੇ ਇੱਕ ਬੁੱਕ ਵੀ ਲਿਖੀ ਸੀ, ਤੇ ਇਹਦੇ ਵਿੱਚ ਜਿਹੜੇ ਆਪਣੇ ਹੁਣ ਹੈਗੇ ਆ ਅਟਲ ਬਿਹਾਰੀ ਵਾਜਪਾਈ ਨਹੀਂ, ਜਿਹੜੇ ਹੁਣ ਹੈਗੇ ਦੂਜੇ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਅਡਵਾਨੀ ਸਾਹਿਬ, ਉਹਨਾਂ ਨੇ ਵੀ ਬੜੀ ਆਵਾਜ਼ ਉਠਾਈ ਸੀ ਇਸ ਚੀਜ਼ ਦੇ ਉੱਤੇ, ਵੀ ਜਿਹੜੀ ਉਹਨਾਂ ਨੇ ਬੁੱਕ ਦੇ ਵਿੱਚ ਲਿਖਿਆ ਵੀ EVM ਦੀਆਂ ਕੀ ਖਾਮੀਆਂ ਨੇ, ਤੇ ਉਹਨਾਂ ਦੀ ਸਰਕਾਰ ਹੀ ਹੁਣ EVM ਨੂੰ ਬੰਦ ਨਹੀਂ ਕਰਨਾ ਚਾਹੁੰਦੀ। ਦੇਖੋ, ਮੈਂ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਚਾਹਣਾ ਹੈ ਕਿ ਇਹਨਾਂ ਦੀ ਜਿਹੜੇ ਇਹ ਆਪਾਂ ਨੂੰ ਹੁਣ ਇੱਕ ਦੋ ਚੀਜ਼ਾਂ ਐਗਜ਼ਾਮਪਲ ਸਾਹਮਣੇ ਵੀ ਆਈਆਂ, ਇਹ ਗਿਰਗਟ ਨੇ ਸਾਰੇ ਇਹ ਲੋਕ ਇੱਥੇ, ਹੈ ਨਾ। ਜਿਵੇਂ ਹੁਣੇ ਆਪਾਂ ਦੇਖਿਆ ਬਾਦਲ ਜਿਹੜਾ ਸੀਗਾ, ਸਾਰਾ ਪਰਿਵਾਰ ਉਸ ਟਾਈਮ ਲੱਗਿਆ ਹੋਇਆ ਸੀਗਾ ਕਿ ਜੋ ਕਿਸਾਨ ਅੰਦੋਲਨ, ਕਿਸਾਨ ਜੋ ਕਾਨੂੰਨ ਨੇ ਸਾਰੇ ਬੜੇ ਫਾਇਦੇ ਨੇ, ਕਿਸਾਨਾਂ ਨੂੰ ਬਹੁਤ ਫਾਇਦੇ ਹੋਣਗੇ, ਇੱਕਦਮ ਬਦਲ ਕੇ ਹੁਣ ਅਗੇਂਸਟ ਬੋਲਣ ਲੱਗ ਗਿਆ। ਏਦਾਂ ਹੀ ਜਿਸ ਤਰ੍ਹਾਂ ਸੀਗਾ ਜੋ ਪਹਿਲਾਂ ਜੋ ਕੀ ਨਾਮ ਹੈ, ਮਹਿੰਗਾਈ ਵੱਧ ਰਹੀ ਸੀ ਉਸ ਟਾਈਮ ਜਾਂ ਕੁਝ ਵੀ ਹੋ ਰਿਹਾ ਸੀਗਾ, ਉਹਦੇ ਅਗੇਂਸਟ BJP ਵਾਲਿਆਂ ਨੇ ਬੜਾ ਚੱਕਿਆ ਹੋਇਆ ਸੀ ਸਾਰਾ ਕੁਝ, ਵੀ ਅਸੀਂ ਐਂ ਕਰ ਦੇਣਾ, BJP ਮਹਿੰਗਾਈ ਇੰਨੀ ਵਧੀ ਹੋਈ ਹੈ। ਰਾਮਦੇਵ ਨੂੰ ਬੜਾ ਅੱਗੇ ਚੇਲਾ ਬਣਾ ਕੇ ਅੱਗੇ ਕੀਤਾ ਹੋਇਆ ਸੀਗਾ। ਤੁਸੀਂ ਦੇਖਿਆ ਉਹ ਚੀਜ਼ਾਂ, ਹੁਣ ਸਾਰਾ ਕੁਝ ਬਦਲਿਆ ਹੋਇਆ, ਕੋਈ ਕੁਝ ਨਹੀਂ ਬੋਲ ਰਿਹਾ, ਕੁਝ ਨਹੀਂ ਬੋਲ ਰਿਹਾ ਚੀਜ਼ਾਂ ਨੂੰ। ਇਹ ਇਹਨਾਂ ਨੂੰ ਇਹਨਾਂ ਤੇ ਟਰਸਟ ਕਰਨ ਦਾ ਮਤਲਬ ਨਹੀਂ ਬਣਦਾ ਇਹ ਚੀਜ਼ਾਂ ਦਾ। ਆਪਾਂ ਪਹਿਲਾਂ ਹੋਈ ਕਹਿੰਦੇ ਨੇ ਆਹ ਚੀਜ਼ ਵੀ ਗਲਤ ਹੈ, ਆਪਣੇ ਵੇਲੇ ਕਹਿੰਦੇ ਠੀਕ ਹੈ ਜੀ। ਹੁਣ ਇਹ ਬਿਲਕੁਲ ਸਹੀ ਗੱਲ ਹੈ ਭਾਜੀ। ਏਦਾਂ ਆ, ਦੇਖੋ ਇਹ ਤਾਂ ਡਰਾਮੇਬਾਜ਼ੀ ਇਹਨਾਂ ਦੀ ਚੱਲਦੀਆਂ ਰਹਿਣੀਆਂ, ਇਹ ਲੋਕਾਂ ਲਈ ਨਹੀਂ ਆਏ, ਇਹ ਸਿਰਫ ਆਪਣੀਆਂ ਤੇ ਸਰਮਾਏਦਾਰਾਂ ਦੀ ਜੇਬਾਂ ਭਰਨ ਲਈ ਆਏ ਆ। ਆਮ ਲੋਕ ਨੂੰ ਸੋਚਣਾ ਪੈਣਾ, ਕਿਉਂਕਿ ਦੇਖੋ ਆਪਾਂ ਜੇ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰਨਾ ਚਾਹੁੰਦੇ ਆ, ਜੇ ਅਸੀਂ ਚਾਹੁੰਦੇ ਵੀ ਸਾਡੇ ਅਧਿਕਾਰ ਜਿਹੜੇ ਆ ਉਹ ਕਿਸੇ ਕੰਮ ਦੇ ਵਿੱਚ ਲੱਗਣ, ਸਾਡੇ ਆਉਣ ਵਾਲੀ ਜਨਰੇਸ਼ਨ, ਜਿਹੜੀ ਅੱਜ ਦੀ ਜਨਰੇਸ਼ਨ ਆ, ਉਹਨੂੰ ਆਉਣ ਵਾਲੀ ਜਨਰੇਸ਼ਨ ਲਈ ਫਾਈਟ ਕਰਨੀ ਪੈਂਦੀ ਹੈ। ਅੱਜ ਕਿਸਾਨ ਅੰਦੋਲਨ ਕਿਉਂ ਚੱਲ ਰਿਹਾ? ਅੱਜ ਕਿਸਾਨ ਅੰਦੋਲਨ ਇਸ ਕਰਕੇ ਨਹੀਂ ਚੱਲ ਰਿਹਾ ਵੀ ਜਿਹੜੇ ਉੱਥੇ ਬਜ਼ੁਰਗ ਬੈਠੇ ਆ ਜਾਂ ਨੌਜਵਾਨ ਬੈਠੇ ਆ ਉਹਨਾਂ ਦਾ ਕੋਈ ਫਿਊਚਰ ਬਣੇਗਾ। ਉਹ ਬੈਠੇ ਇਸ ਕਰਕੇ ਆ ਜਿਹੜੀ ਜਨਰੇਸ਼ਨ ਜਿਹੜੇ ਬੱਚੇ ਉਹ ਘਰ ਛੱਡ ਕੇ ਆਏ ਆ,
ਜਿਹੜੇ ਬੱਚੇ ਉਹ ਅਜੇ ਤੱਕ ਦੁਨੀਆ ਵਿੱਚ ਆਉਣੇ ਆ ਉਹਨਾਂ ਦਾ ਭਵਿੱਖ ਬਣਾਉਣ ਲਈ ਉਹ ਬੈਠੇ ਨੈਕਸਟ ਜਨਰੇਸ਼ਨ ਵਾਸਤੇ ਲੜ ਰਹੇ ਨੇ। ਨੈਕਸਟ ਜਨਰੇਸ਼ਨ ਲਈ ਲੜਨਾ ਪੈਂਦਾ ਇਸ ਜਨਰੇਸ਼ਨ ਨੂੰ। ਸੋ ਆਪਾਂ ਇਸ ਤੁਸੀਂ ਇਹ ਜਨਰੇਸ਼ਨ ਦਾ ਜਿਹੜੀ ਅੱਜ ਦੀ ਜਨਰੇਸ਼ਨ ਆ ਨਾ, ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਆ, ਫਿਊਚਰ ਜਨਰੇਸ਼ਨ ਦਾ ਭਵਿੱਖ ਬਣਾਉਂਦੀ ਆ। ਜੇ ਅਸੀਂ ਨਾ ਆਵਾਜ਼ ਉਠਾਈ ਤਾਂ ਫਿਰ ਸਾਡੀ ਫਿਊਚਰ ਜਨਰੇਸ਼ਨ ਨੂੰ ਉਠਾਉਣੀ ਪਊਗੀ ਉਹਨਾਂ ਦੀ ਫਿਊਚਰ ਜਨਰੇਸ਼ਨ ਲਈ। ਤੁਸੀਂ ਇਹ ਦੇਖੋ ਵੀ ਕਿੰਨਾ ਨੁਕਸਾਨ ਕਰ ਬਹੁਤ ਹੀ ਅੱਛਾ ਜਿਹੜੀ ਚੀਜ਼ ਚੱਕੀ ਆ ਹੁਣ ਇਸ ਟਾਈਮ, ਤੁਸੀਂ ਬੜੀ ਚੰਗੀ ਚੀਜ਼ ਟੱਚ ਕੀਤੀ ਹੈ। ਮੈਨੂੰ ਵੀ ਇਹ ਚੀਜ਼ਾਂ ਦੇਖ ਕੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਰਾਜੋਵਾਲ ਸਾਹਿਬ ਨੇ 78 ਸਾਲ ਉਹਨਾਂ ਦੀ ਏਜ ਹੈ। ਹਾਂਜੀ। ਹੋਰ ਜਿਹੜੇ ਲੀਡਰਸ਼ਿਪ, ਜਿਹੜੇ ਸੀਨੀਅਰ ਲੀਡਰਸ਼ਿਪ ਹੈ, ਉਹ ਸਾਰੇ ਮਤਲਬ 70-75 ਦੇ ਨੇੜੇ ਤੇੜੇ ਅਰਾਊਂਡ ਉਹ ਹੈਗੇ ਨੇ ਸਾਰੇ। ਉਹ ਜੇ ਦੇਖਿਆ ਜਾਵੇ ਵੀ ਉਹਨਾਂ ਨੂੰ ਇਹ ਉਹ ਨਾ ਸੋਚਣ ਵੀ ਉਹਨਾਂ ਵੀ ਸਾਡੇ ਤਾਂ 5-10 ਸਾਲ ਰਹਿ ਗਏ ਵੱਧ ਤੋਂ ਵੱਧ ਏਜ ਦੀ, ਜਿਸ ਤਰ੍ਹਾਂ ਦੇਖਦੇ ਹਾਂ ਵੀ ਏਜ ਜਿੰਨੀ ਆਪਾਂ ਐਵਰੇਜ ਦੇਖ ਕੇ ਚੱਲੀਏ ਤਾਂ ਅਸੀਂ 5-10 ਸਾਲ ਜੀਣਾ ਹੈ। ਤੇ ਉਹਨਾਂ ਨੂੰ ਤਾਂ ਇੰਨਾ ਤਾਂ ਹਰ ਕਿਸੇ ਕੋਲ ਹੁੰਦਾ ਹੀ ਹੈ ਵੀ 5-10 ਸਾਲ ਤਾਂ ਅਸੀਂ ਆਰਾਮ ਨਾਲ ਟਾਈਮ ਕੱਢ ਹੀ ਸਕਦੇ ਹਾਂ। ਇਹ ਆਪਣੇ ਵਾਸਤੇ ਨਹੀਂ ਜੀ ਰਹੇ। ਉਹੀ ਗੱਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਨੈਕਸਟ ਜਨਰੇਸ਼ਨ ਦਾ ਭਵਿੱਖ ਥੋੜਾ ਸੁਧਾਰਨ ਵਾਸਤੇ ਕੰਮ ਕਰ ਰਿਹਾ ਸਾਰਾ ਕੁਝ। ਬਿਲਕੁਲ ਭਾਜੀ। ਨਹੀਂ ਤਾਂ ਇੰਨਾ ਤੁਸੀਂ ਲੋਕ ਉੱਥੇ ਰੋਜ਼ ਬੰਦੇ ਤੇ ਸ਼ਹੀਦੀਆਂ ਪਾਈ ਜਾਂਦੇ ਨੇ ਉਹ ਚੀਜ਼ਾਂ ਨੂੰ। ਉਹ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕਿਸੇ ਨੂੰ ਸਰਕਾਰਾਂ ਨੂੰ ਜਿੰਨੇ ਪ੍ਰੋਟੈਸਟ ਹੋਏ ਨੇ ਕਿਉਂ ਨਹੀਂ ਫਰਕ ਪੈਂਦਾ। ਉਹਨਾਂ ਨੂੰ ਪਤਾ ਹੈ ਕਿ ਕੁਛ ਮਰਜ਼ੀ ਕਰੀਆਂ, ਬਾਅਦ ਦੇ ਵਿੱਚ ਜੋ ਛੋਟਾ ਜੰਤਰ ਜਿਹੜਾ ਮੇਨ ਬੈਠਾ EVM ਵੀ ਉਹਦੇ ਥਰੂ ਅਸਾਂ ਜਿੱਤ ਹੀ ਲੈਣਾ। ਇਸ ਕਰਕੇ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ। ਸ਼ਰਮਾ ਜੀ ਗੱਲ ਏਦਾਂ ਸੀਗੀ, ਜਿੱਦਾਂ ਤੁਸੀਂ ਨਾ ਕਈ ਵਾਰ ਦੇਖੇ ਨਾ ਛੋਟੇ ਦੇ ਨਾਟਕ ਦੇਖਦੇ ਹੁੰਦੇ ਸੀ, ਇੱਕ ਰਾਖਸ਼ ਆਉਂਦਾ ਆ ਹੂ ਆ ਕਰਦਾ, ਉਹਦੇ ਪੱਥਰ ਵੀ ਮਾਰੀ ਜਾਂਦੇ ਆ, ਲੋਕਾਂ ਨੂੰ ਗਾਲਾਂ ਵੀ ਕੱਢੀ ਜਾਂਦੇ ਆ, ਪਰ ਉਹਦੇ ਇਮਾਨ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਬੰਦੇ ਚੱਕ ਚੱਕ ਖਾਈ ਜਾਂਦਾ। ਇਹ ਰਾਖਸ਼ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਇਹ ਰਾਖਸ਼ ਲੋਕੀ ਨੇ, ਇਹਨਾਂ ਦਾ ਕੋਈ ਇਮਾਨ ਨਹੀਂ ਹੈਗਾ ਇਹਨਾਂ ਦੇ। ਮੈਂ ਇੱਕ ਦਿਨ ਐਗਜ਼ਾਮਪਲ ਦਿੰਦਾ ਸੀ, ਜੇ ਮੇਰੇ ਘਰ ਦੇ ਬਾਹਰ, ਸ਼ਰਮਾ ਜੀ ਮੇਰੇ ਘਰ ਦੇ ਬਾਹਰ ਕੋਈ ਬੰਦਾ ਠੰਡ 'ਚ ਬੈਠਾ ਹੋਵੇ ਨਾ ਤੇ ਮੈਂ ਸਾਰੀ ਰਾਤ ਸੌਂ ਨਹੀਂ ਸਕਦਾ। ਜੇ ਮੇਰਾ ਇਮਾਨ ਜਿੰਦਾ, ਜੇ ਮੈਂ ਇਨਸਾਨ ਆ, ਜੇ ਮੈਂ ਜਾਨਵਰ ਆ ਤਾਂ ਗੱਲ ਵੱਖਰੀ ਆ। ਮੈਂ ਸਾਰੀ ਰਾਤ ਸੌਂਗਾ ਨਹੀਂ, ਮੈਨੂੰ ਇਹ ਫਿਕਰ ਰਹੂਗਾ ਯਾਰ ਕਿਤੇ ਬਾਹਰ ਬੈਠਾ ਕਿਤੇ ਮਰਨੇ, ਕਿਤੇ ਕੋਈ ਗੱਲਬਾਤ ਨਾ ਹੋ ਜਾਏ ਉਸ ਬੰਦੇ ਨੂੰ। ਜੇ ਉਹ ਬੰਦਾ ਕਿਤੇ ਬਾਹਰ ਬੈਠਾ ਮਰ ਗਿਆ ਨਾ ਤਾਂ ਮੈਂ ਸਾਰੀ ਉਮਰ ਇਸ ਇਲਜ਼ਾਮ ਦੇ ਨਾਲ ਸ਼ਾਇਦ ਮੈਂ ਆਪਣੇ ਆਪ ਨੂੰ ਵੀ ਨਾ ਦੇਖ ਸਕਾਂ ਸ਼ੀਸ਼ੇ ਦੇ ਵਿੱਚ। ਜਿਹਦੀ ਇਨਸਾਨੀਅਤ ਜਿੰਦਾ ਹੈ, ਜਿਸ ਬੰਦੇ ਦੀ ਨੀਅਤ ਚੰਗੀ ਆ, ਜਿਸ ਬੰਦੇ ਦੀ ਕੋਈ ਇਨਸਾਨੀਅਤ ਨਹੀਂ ਆ, ਉਹ ਅਸੀਂ ਅੱਗੇ ਕੀਤੇ ਹੋਏ ਆ। ਜਿਹੜੇ ਬੰਦੇ ਆ ਜਾਨਵਰਾਂ ਨਾਲ ਵੀ ਭੈੜੇ ਆ। ਜਾਨਵਰ ਤਾਂ ਫਿਰ ਵੀ ਜਿਹੜਾ ਨਾ ਉਹ ਦੂਜੇ ਜਾਨਵਰ ਦਾ ਖਿਆਲ ਕਰ ਲੈਂਦਾ ਮਾੜਾ ਮੋਟਾ। ਬਿਲਕੁਲ ਹਾਂ। ਇਹ ਤਾਂ ਜਾਨਵਰਾਂ ਨਾਲ ਵੀ ਭੈੜੇ ਆ, ਤੇ ਇਹਦਾ ਖਿਆਲ ਹੀ ਨਹੀਂ ਕਰ ਰਹੇ। ਇਹ ਤਾਂ ਸਿਰਫ ਤੇ ਸਿਰਫ ਇੱਕ ਰਾਖਸ਼ ਬੁੱਧੀ ਵਾਲੇ ਲੋਕੀ ਇਕੱਠੇ ਹੋਏ ਆ, ਜਿਹੜੇ ਕਿ ਆਪਾਂ ਸੁਣਦੇ ਹੁੰਦੇ ਸੀ ਕਿ ਕਲਯੁਗ ਦੇ ਸਤਯੁਗ ਦੇ ਵਿੱਚ, ਦੁਆਪਰ ਦੇ ਵਿੱਚ ਜਿਹੜੇ ਰਾਖਸ਼ ਆਉਂਦੇ ਸੀ, ਉਹ ਰਾਖਸ਼ ਦਾ ਮਤਲਬ ਇਹ ਸੀ ਵੀ ਆਹ ਲੋਕੀ ਅੱਜ ਤੁਸੀਂ ਦੇਖ ਰਹੇ ਆ ਇਹਨਾਂ ਨੂੰ, ਜਿਨ੍ਹਾਂ ਦੇ ਜ਼ਮੀਰ ਦੇ ਉੱਤੇ ਰਤਾ ਵੀ ਫਰਕ ਨਹੀਂ ਪੈ ਰਿਹਾ ਕਿ ਲੋਕੀ ਕਿੰਨੇ ਸ਼ਹੀਦ ਹੋਏ ਆ। ਹੁਣ ਮੈਂ ਮੋਦੀ ਦੀ ਗੱਲ ਕਰਦਾ, ਮੋਦੀ ਸਿੱਧਾ ਹੀ ਮੋਦੀ ਦਾ ਨਾਂ ਲੈਂਦੇ ਆ, ਆਪਾਂ ਡਰਦੇ ਨਹੀਂ ਮੋਦੀ ਤੋਂ, ਕਿਉਂਕਿ ਜਿਹੜਾ ਬੰਦਾ ਗਲਤ ਆ ਉਹ ਗਲਤ ਆ, ਜਿਹੜਾ ਇਨਸਾਨੀਅਤ ਦੇ ਖਿਲਾਫ ਆ ਉਹ ਖਿਲਾਫ ਆ। ਜਿਹੜਾ ਬੰਦਾ ਹੁਣ ਅਟਲ ਬਿਹਾਰੀ ਵਾਜਪਾਈ ਜੀ ਆਪਾਂ ਉਹਨਾਂ ਦੀ ਸਿਫਤ ਕਰਦੇ ਆ, ਉਹ BJP ਤੋਂ ਸੀਗੇ, ਉਹਨਾਂ ਦੀ ਸਿਫਤ ਕਰਦੇ ਆ, ਉਹਨਾਂ ਨੇ ਸੱਚ ਬੋਲਿਆ, ਸੱਚ ਨਾਲ ਖੜੇ ਹੋਏ ਆ। ਅੱਜ ਜੇ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਬੰਦਾ ਗਲਤ ਕੰਮ ਕਰ ਰਿਹਾ ਸਰਮਾਏਦਾਰਾਂ ਦੇ ਲਈ, ਤਾਂ ਗਲਤ ਆਪਾਂ ਉਹਦਾ ਨਾਂ ਲੈ ਕੇ ਵੀ ਗਲਤ ਕਵਾਂਗੇ। ਆਪਣੇ ਆਪ ਨੂੰ ਦਾੜੀਆਂ ਰੱਖ ਕੇ ਧਾਰਮਿਕ ਬਣਾ ਕੇ ਤੁਸੀਂ ਧਾਰਮਿਕ ਨਹੀਂ ਬਣ ਸਕਦੇ। ਹਾਂ, ਧਰਮ ਦੇ ਚੋਲੇ ਨੂੰ ਪਾ ਕੇ ਡਰਾਮਾ ਕਰਕੇ ਲੋਕਾਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੁੰਦੇ ਆ ਵੀ ਮੈਂ ਬਹੁਤ ਚੰਗਾ ਆ, ਜਿਹੜਾ ਕਿ ਇਹ ਕਰ ਰਹੇ ਆ। ਕੁਝ ਲੋਕੀ ਉੱਤੇ ਵਿਸ਼ਵਾਸ ਵੀ ਕਰ ਰਹੇ ਆ, ਪਰ ਜਿਹੜਾ ਰਾਖਸ਼ ਹੁੰਦਾ ਨਾ, ਉਹ ਹਮੇਸ਼ਾ ਜਿੱਦਾਂ ਰਾਵਣ ਆਇਆ ਸੀ ਨਾ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਸੀਤਾ ਨੂੰ ਲੈ ਗਿਆ, ਇਹ ਬਸ ਉਹ ਲੋਕੀ ਆ ਜਿਹੜੇ ਇਸ ਵਕਤ ਧਰਮ ਦਾ ਬਖੌਟਾ ਪਾ ਕੇ ਧਾਰਮਿਕ ਬਣ ਕੇ ਰਾਖਸ਼ ਦਾ ਕੰਮ ਕਰ ਰਹੇ ਆ। ਸੋ ਇਹਨਾਂ ਦੇ ਇਮਾਨ ਤੇ ਆਪਾਂ ਕੋਈ ਯਕੀਨ ਨਹੀਂ ਕਰ ਸਕਦੇ। ਇਹਨਾਂ ਨੂੰ ਆਪਾਂ ਅੱਗੇ ਕੀਤਾ, ਇਹਨਾਂ ਦੇ ਪਿੱਛੇ ਕਰਨਾ, ਇਹਨਾਂ ਦੇ ਹੱਥ ਆਪਾਂ ਉਹ ਪਾਵਰ ਦੇ ਦਿੱਤੀ ਆ ਜਿਹੜੀ ਕਿ ਬਟਨ ਦੱਬ ਕੇ ਤੁਹਾਡੀ ਪਾਵਰ ਨੂੰ ਯੂਜ਼ ਕਰ ਸਕਦੇ। ਕੀ ਪਾਵਰ ਆ? ਉਹ ਹੈਗੀ EVM, ਰਾਈਟ। ਇਸ ਕਰਕੇ ਅਮਨ ਸ਼ਰਮਾ ਜੀ, ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ 2 ਹਫ਼ਤੇ 3 ਹਫ਼ਤੇ ਤੋਂ ਇਸ ਚੀਜ਼ ਬਾਰੇ ਸੋਚ ਰਹੇ ਆ, ਔਰ ਮੈਨੂੰ ਵੀ ਇਸ ਚੀਜ਼ ਨੇ ਅੰਦਰੋਂ ਝੰਡੋੜਿਆ ਵੀ ਯਾਰ ਜਿਹੜੀ ਜੜ ਆ ਆਪਾਂ ਉਹਨੂੰ ਫੜੀਏ। ਕਿਸਾਨ ਅੰਦੋਲਨ ਹੋਇਆ ਕਿਉਂ, ਉਹਨੂੰ ਫੜੀਏ। ਸਾਰਾ ਰੀਜ਼ਨ ਕੀ ਹੈ, ਮੇਨ ਉਹ ਰੀਜ਼ਨ ਇਸ ਚੀਜ਼ ਦਾ ਕੀ ਹੈ, ਆਪਾਂ ਨੂੰ ਇਹ ਚੀਜ਼ ਪੜ੍ਹਨਾ ਪੈਣਾ ਨਾ ਆਪਾਂ ਨੂੰ। ਜੇ ਆਪਾਂ ਕਿਸਾਨ ਅੰਦੋਲਨ ਕਰਵਾ ਕੇ ਕਿਸੇ ਤਰ੍ਹਾਂ ਕਿਸੇ ਗੱਲ ਤੇ ਸੈਟਲਮੈਂਟ ਹੋ ਗਈ, ਲਿਆ ਕੇ ਸਭ ਕੁਝ ਕਰਤਾ, ਤੇ ਕੱਲ ਨੂੰ EVM ਮਸ਼ੀਨਾਂ ਨਾਲ ਉਹਨਾਂ ਨੂੰ ਫੇਰ ਅੱਗੇ ਬਿਠਾਤਾ ਲਿਆ ਕੇ, ਫੇਰ ਕੀ ਫਾਇਦਾ ਉਸ ਚੀਜ਼ ਦਾ? ਭਾਜੀ ਉਹ ਫੇਰ ਕਿਸਾਨ ਅੰਦੋਲਨ ਕਰਾਂਗੇ, ਫਿਰ ਅੰਦੋਲਨ, ਫਿਰ ਆਪਣੇ ਬੱਚਿਆਂ ਨੂੰ, ਫਿਰ ਆਪਣੇ ਬੱਚਿਆਂ ਨੂੰ ਕਹਾਂਗੇ ਸ਼ਹੀਦੀਆਂ ਕਰੋ, ਪਹਿਲਾਂ ਆਪ ਸ਼ਹੀਦੀਆਂ ਕੀਤੀਆਂ, ਫਿਰ ਬੱਚਿਆਂ ਦੀ ਸ਼ਹੀਦੀਆਂ ਕਰਾਂਗੇ, ਫਿਰ ਉਸ ਤੋਂ ਬਾਅਦ ਨੈਕਸਟ ਜਨਰੇਸ਼ਨ ਅੰਦੋਲਨ ਕਰਦੀ ਰਹੂਗੀ। ਜੇ ਆਹੀ ਕੰਮ ਚੱਲਣਾ ਤਾਂ ਫਿਰ ਡੈਮੋਕ੍ਰੇਸੀ ਦਾ ਹੈ ਹੀ ਨਹੀਂ ਉੱਥੇ, ਡੈਮੋਕ੍ਰੇਸੀ ਹੈ ਨਹੀਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀਗੀ ਵਾਜਪਾਈ ਸਾਹਿਬ ਦੀ, ਵਾਜਪਾਈ ਸਾਹਿਬ ਬੜੇ ਅੱਛੀ ਸੋਲ ਸੀਗੇ, ਉਹ ਬਹੁਤ ਵਧੀਆ ਬੰਦੇ ਸੀਗੇ। ਜਦੋਂ ਗੁਜਰਾਤ ਦੇ ਵਿੱਚ ਦੰਗੇ ਹੋਏ ਨੇ, ਸਾਰਾ ਕੁਝ ਹੋਇਆ, ਉਦੋਂ ਜੋ ਆਪਾਂ ਨੂੰ ਪਤਾ ਲੱਗ ਰਿਹਾ ਵੀ ਕਿਸ ਤਰ੍ਹਾਂ ਕਿਹਦਾ ਹੱਥ ਸੀਗਾ, ਕਿਵੇਂ ਸੀਗਾ, ਸਾਰਾ ਕੁਝ ਬਾਅਦ ਚ ਐਕਸਪੋਜ਼ ਵੀ ਹੋਇਆ ਸਭ ਕੁਝ। ਉਸ ਟਾਈਮ ਵੀ
ਜਿਹੜੇ ਵਾਜਪਾਈ ਸਾਹਿਬ ਬੜੇ ਮਤਲਬ ਉਸ ਟਾਈਮ ਬੜੇ ਇਮੋਸ਼ਨਲੀ ਉਹ ਬ੍ਰੇਕ ਹੋ ਗਏ ਸੀਗੇ। ਉਹਨਾਂ ਨੇ ਸਪੈਸ਼ਲ ਇਹੀ ਗੱਲ ਕੀਤੀ ਸੀ ਕਿ ਮੋਦੀ ਨੇ ਮਤਲਬ ਆਪਣਾ ਧਰਮ ਨਹੀਂ ਨਿਭਾਇਆ ਉਦੋਂ। ਸਹੀ ਹੈ। ਉਹਨਾਂ ਨੇ ਸਹੀ ਗੱਲ ਉਸ ਹੈ। ਟਾਈਮ ਕਿਹਾ ਸੀਗਾ ਵੀ ਧਰਮ ਨਹੀਂ ਨਿਭਾਇਆ ਉਸਨੇ। ਉਹ ਬੰਦਾ ਆਪਾਂ ਨੂੰ ਉੱਥੇ ਪਤਾ ਲੱਗ ਗਿਆ ਸੀਗਾ ਵੀ ਇਹ ਬੰਦੇ ਅੱਗੇ ਜਾ ਕੇ ਕੀ ਕਰਨਗੇ। ਆਪਾਂ ਫੇਰ ਉਹਨਾਂ ਨੂੰ ਲਿਆ ਕੇ ਅੱਗੇ ਖੜੇ ਕਰੀ ਜਾਂਦੇ ਆ। ਤੇ ਇਹ ਤਾਂ ਫਿਰ ਆਪਣੀ ਬੇਵਕੂਫੀ ਵਾਲੀਆਂ ਗੱਲਾਂ ਨੇ। ਇਹ ਚੀਜ਼ਾਂ ਵਿੱਚ ਤਾਂ ਆਪਾਂ ਨੂੰ ਹੋਰ ਸੋਚਣ ਦੀ ਲੋੜ ਹੈ, ਆਤਮ ਚਿੰਤਨ ਕਰਨ ਦੀ ਲੋੜ ਹੈ ਕਿ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਡੈਮੋਕ੍ਰੇਸੀ ਆਪਾਂ ਬਚਾ ਸਕਦੇ ਹਾਂ ਇਹਨਾਂ ਲੋਕਾਂ ਤੋਂ। ਦੇਖੋ ਅਮਨ ਸ਼ਰਮਾ ਜੀ, ਆਪਾਂ ਬਾਹਰ ਬੈਠੇ ਆ, ਆਪਾਂ ਨੇ ਵੋਟ ਨਹੀਂ ਪਾ ਸਕਦੇ, ਆਪਾਂ ਉੱਥੇ ਜਾ ਕੇ ਕੁਝ ਨਹੀਂ ਕਰ ਸਕਦੇ, ਪਰ ਹਾਂ ਆਪਾਂ ਇੱਕ ਆਵਾਜ਼ ਉਠਾ ਸਕਦੇ ਆਪਣੇ ਭਰਾਵਾਂ ਲਈ। ਕਰਨਾ ਸਾਡੇ ਭਰਾਵਾਂ ਭੈਣਾਂ ਨੇ, ਸਾਡੇ ਬਜ਼ੁਰਗਾਂ ਨੇ। ਦੇਖੋ ਦੋਸਤੋ, ਜਿਹੜੇ ਵੀ ਸੁਣ ਰਹੇ ਆ, ਜਿਹੜੇ ਇੰਡੀਆ 'ਚ ਬੈਠੇ ਆ, ਪੰਜਾਬ 'ਚ ਬੈਠੇ ਆ, ਅੱਜ ਤੁਸੀਂ ਆਪਣੇ ਲਈ ਨਹੀਂ ਲੜ ਰਹੇ। ਇਹ ਨਾ ਰੱਖਿਓ ਵੀ ਤੁਸੀਂ ਆਪਣੇ ਲਈ ਲੜ ਰਹੇ ਆ, ਤੁਸੀਂ ਆਪਣੇ ਆਉਣ ਵਾਲੀਆਂ ਜਨਰੇਸ਼ਨਾਂ ਲਈ ਲੜ ਰਹੇ ਆ। ਜੇ ਤੁਸੀਂ ਉਸ ਜਨਰੇਸ਼ਨ ਨੂੰ ਬਚਾਉਣਾ ਚਾਹੁੰਦੇ ਆ, EVM ਨੂੰ ਖਤਮ ਕਰਨਾ ਪੈਣਾ, EVM ਨੂੰ ਦੇਸ਼ ਦੇ ਵਿੱਚੋਂ ਕੱਢਣਾ ਪੈਣਾ। ਇਹਦੇ ਲਈ ਆਵਾਜ਼ ਉਠਾਉਣੀ ਪੈਣੀ ਆ, ਇਹਦੇ ਲਈ ਅੰਦੋਲਨ ਕਰਨੇ ਪੈਣੇ ਆ। ਬਾਕੀ ਦੇ ਅੰਦੋਲਨ ਨਾ ਹੋਣ ਤਾਂ EVM ਦਾ ਅੰਦੋਲਨ ਜ਼ਰੂਰੀ ਆ। ਬਾਕੀ ਦੇ ਅੰਦੋਲਨਾਂ ਨੂੰ ਜੇ ਤੁਸੀਂ ਖਤਮ ਕਰਨਾ ਤਾਂ ਜੜ EVM ਆ। EVM ਨੂੰ ਖਤਮ ਕਰ ਦਿਓ, ਚੰਗੀ ਸਰਕਾਰ ਲੈ ਆਓ। ਚੰਗੀ ਸਰਕਾਰ ਤੋਂ ਜਦੋਂ ਆਊਗੀ, ਤੁਹਾਨੂੰ ਇਹ ਅੰਦੋਲਨ ਕਰਨ ਦੀ ਲੋੜ ਹੀ ਨਹੀਂ ਪੈਣੀ। ਹੁਣ ਮੈਂ ਐਗਜ਼ਾਮਪਲ ਦਿੰਦਾ ਸ਼ਰਮਾ ਜੀ, ਮੈਂ ਉਹ ਆਮ ਆਦਮੀ ਪਾਰਟੀ ਵੱਲ ਜਾਣਾ ਤਾਂ ਨਹੀਂ ਚਾਹੁੰਦਾ, ਪਰ ਗੱਲਾਂ ਹੀ ਲੈ ਜਾਂਦੀਆਂ ਖਿੱਚ ਕੇ ਉਧਰਲੇ ਪਾਸੇ। ਕਿਉਂਕਿ ਐਗਜ਼ਾਮਪਲ ਹੀ ਇੱਕ ਆ। ਭਾਰਤ ਦੇ ਵਿੱਚ 70 ਸਾਲ ਦੇ ਵਿੱਚ ਕੋਈ ਐਗਜ਼ਾਮਪਲ ਬਣੀ ਆ ਤਾਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਬਣੀ ਆ ਜਿਹਨੇ ਕੰਮ ਕੀਤੇ ਆ। ਬਿਲਕੁਲ। ਦਿੱਲੀ ਦੇ ਲੋਕੀ ਜਿਹੜੇ ਆ ਉਹ ਬਹੁਤ ਸਿਆਣੇ ਬੰਦੇ ਆ। ਮੈਂ ਕਹਿੰਦਾ ਜੀ ਪੂਰੇ ਭਾਰਤ 'ਚ ਸਿਆਣਾ ਇਸ ਵਕਤ ਦਿੱਲੀ ਦੇ ਲੋਕੀ ਆ। ਕਿਉਂ ਮੈਂ ਕਹਿ ਰਿਹਾ? ਕਿਉਂਕਿ ਉਹਨਾਂ ਲੋਕਾਂ ਨੇ ਆਪਣੇ ਦਿਲੋਂ ਕੰਮ ਨਹੀਂ ਲਿਆ, ਆਪਣੇ ਦਿਮਾਗ ਤੋਂ ਕੰਮ ਲਿਆ। ਬਿਲਕੁਲ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੇਰੇ ਜਿਹੜੇ ਪਿਛਲੇ ਸੀਗੇ ਉਹ ਵਾਜਪਾਈ, ਉਹ BJP ਦੇ ਸੀਗੇ ਜਾਂ ਕਾਂਗਰਸੀ ਸੀ। ਜ਼ਿਆਦਾ ਤੋਂ ਪਹਿਲਾਂ BJP ਤੇ ਕਾਂਗਰਸੀ ਸੀਗੀ ਉੱਥੇ ਦਿੱਲੀ ਦੇ ਵਿੱਚ। ਉਹਨਾਂ ਨੇ ਇਹ ਸੋਚਿਆ ਵੀ ਮੇਰੇ ਬੱਚੇ ਦਾ ਭਵਿੱਖ ਕੀ ਹੋਊਗਾ ਜੇ ਮੈਂ ਇਸ ਬੰਦੇ ਨੂੰ ਵੋਟ ਪਾਉਂਗਾ। ਤਾਂ ਉਹਨਾਂ ਨੇ ਇੱਕਦਮ ਸੋਚਿਆ, ਆਪਣੇ ਬੱਚੇ ਦੀਆਂ ਅੱਖਾਂ 'ਚ ਦੇਖਿਆ। ਸਵੇਰੇ ਵੋਟ ਪਾਉਣ ਗਏ, ਪਹਿਲਾਂ ਆਪਣੇ ਬੱਚੇ ਦੀਆਂ ਅੱਖਾਂ 'ਚ ਦੇਖ ਕੇ ਗਏ। ਕਹਿੰਦੇ ਬੱਚਿਆ ਮੈਂ ਤੇਰੇ ਲਈ ਵੋਟ ਪਾਉਣ ਜਾ ਰਿਹਾ ਅੱਜ। ਜਦੋਂ ਉਹ ਗਏ ਆ, ਉਹਨਾਂ ਨੇ ਵੋਟ ਪਾਈ, ਆਮ ਆਦਮੀ ਪਾਰਟੀ ਨੂੰ ਠੋਕ ਕੇ ਕੰਮ ਕੀਤਾ। ਅਗਲੇ ਸਾਲ ਫਿਰ ਜਿੱਥੇ ਕਿ ਆਮ ਆਦਮੀ ਪਾਰਟੀ ਤਕਰੀਬਨ ਖਤਮ ਹੋਣ ਦੇ ਮੋੜ ਤੇ ਸੀ, ਉੱਥੇ ਫਿਰ ਦਿੱਲੀ ਵਾਲਿਆਂ ਨੇ ਦਿਖਾਤਾ ਵੀ ਨਹੀਂ ਇਹ ਪਾਰਟੀ ਫਿਰ ਦੇਤੀਆਂ ਜੀ। ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ, ਤੇ ਫਿਰ ਜੇ ਸੋਚਿਆ ਤੇ ਭਾਜੀ ਮਿਲਿਆ ਉਹਨਾਂ ਨੂੰ ਕਿੰਨਾ ਕੁਛ ਮਿਲਿਆ। ਉਹਨਾਂ ਦੇ ਬੱਚੇ ਅੱਜ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਕੂਲ, ਪ੍ਰਾਇਮਰੀ ਸਕੂਲ ਬਣਾਤੇ ਉਸ ਪਾਰਟੀ ਨੇ। ਬਹੁਤ ਸਹੀ ਗੱਲ ਹੈ ਜੀ, ਬਹੁਤ ਸਹੀ ਗੱਲ ਤੁਹਾਡੀ, ਬਿਲਕੁਲ ਸਹੀ ਗੱਲ ਹੈ। ਸਿਹਤ ਜਿਹੜੀ ਆ ਉਸ ਪਾਰਟੀ ਨੇ, ਜਿਹੜਾ ਸਿਹਤ ਵਿਭਾਗ ਆ, ਹੈਲਥ ਆ, ਉਹ ਫ੍ਰੀ ਕਰ ਦਿੱਤੀ, ਵਾਟਰ ਫ੍ਰੀ ਕਰ ਦਿੱਤਾ। ਬੰਦੇ ਦੀਆਂ ਕੀ ਜ਼ਰੂਰਤਾਂ ਆ? ਬੰਦਾ ਕਹਿੰਦਾ ਆ ਵੀ ਮੈਨੂੰ ਕੋਈ, ਜਦੋਂ ਮੈਂ ਕਦੇ ਬਿਮਾਰ ਹੋਵਾਂ ਤੇ ਮੇਰੇ ਪਰਿਵਾਰ ਨੂੰ ਕੋਈ ਚਿੰਤਾ ਨਾ ਹੋਵੇ। ਜਦੋਂ ਮੇਰਾ ਬੱਚਾ ਸਕੂਲ ਜਾਂਦਾ ਆ ਤੇ ਮੇਰਾ ਬੱਚਾ ਵਧੀਆ ਸਕੂਲ ਵਿੱਚ ਪੜ੍ਹੇ। ਠੀਕ ਹੈ। ਤੀਸਰੀ ਉਹਦੀ ਚਿੰਤਾ ਆ ਉਹਦਾ ਘਰ, ਜਿੱਥੇ ਉਹ ਰਹਿੰਦਾ ਆ। ਜੇ ਉਹ ਮੇਰਾ ਇਹੋ ਜਿਹੀ ਜਗ੍ਹਾ ਤੇ ਹੋਵੇ ਜਿੱਥੇ ਜਿਸ ਜਗ੍ਹਾ ਤੇ ਮੈਂ ਰਹਿਣਾ ਆ, ਜੇ ਮੈਂ ਟੈਕਸ ਪੇ ਕਰਦਾ ਆ ਤਾਂ ਉਹਦੀਆਂ ਸਹੂਲਤਾਂ ਮਿਲਣ ਮੈਨੂੰ। ਅੱਜ ਉਹ ਆਮ ਆਦਮੀ ਪਾਰਟੀ ਨੇ ਇੱਕ ਐਗਜ਼ਾਮਪਲ ਖੜੀ ਕਰ ਦਿੱਤੀ ਆ ਇੰਡੀਆ ਦੇ ਵਿੱਚ। ਦੇਖੋ ਅਸੀਂ ਅਮਨ ਸ਼ਰਮਾ ਜੀ ਬਾਹਰ ਬੈਠੇ ਆ, ਸਾਨੂੰ ਆਮ ਆਦਮੀ ਪਾਰਟੀ ਦਾ ਕੋਈ ਫਾਇਦਾ ਨਹੀਂ, ਪਰ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਕਿਉਂ ਲੱਗੇ ਹੋਏ ਆ, ਕਿਉਂ ਸਿਫਤਾਂ ਕਰਦੇ ਆ? ਕਿਉਂਕਿ ਜੇ ਕੋਈ ਹੋਰ ਪਾਰਟੀ ਵੀ ਕੰਮ ਕਰੂਗੀ, ਸਿਫਤਾਂ ਉਹਦੀਆਂ ਵੀ ਕਰਾਂਗੇ। ਪਰ ਬਾਕੀ ਪਾਰਟੀਆਂ ਕੰਮ ਹੀ ਨਹੀਂ ਕਰ ਰਹੀਆਂ। ਬਾਕੀ ਪਾਰਟੀਆਂ ਨੇ ਜੁਮਲੇ ਬਣਾਏ ਹੋਏ ਆ, ਜੁਮਲੇਬਾਜ਼ੀਆਂ ਸਿੱਟ ਰਹੇ ਆ, ਔਰ ਸ਼ਰੇਆਮ ਕਹਿ ਰਹੇ ਆ ਕਿ ਆਪਣੇ ਟੀਵੀਆਂ ਦੇ ਉੱਤੇ ਜੀ ਅਸੀਂ ਤਾਂ ਜੁਮਲਾ ਕੀਤਾ ਸੀ। ਗੋਟਕਾ ਸਾਹਿਬ ਦੀ ਕਸਮ, ਮੈਂ ਦੇਖੋ ਭਾਜੀ, ਮੈਂ ਇੱਕ ਇਮਾਨ ਵਾਲੀ ਗੱਲ ਕਰਦਾ, ਅੰਦਰੋਂ ਗੱਲ ਕਰਦਾ ਇਮਾਨ ਵਾਲੀ। ਗੋਟਕਾ ਸਾਹਿਬ ਦੀ ਤਾਂ ਗੱਲ ਹੀ ਛੱਡ ਦੋ। ਜੇ ਮੈਂ 4 ਬੰਦਿਆਂ ਦੇ ਸਾਹਮਣੇ ਖੜਾ ਹੋ ਕੇ ਗੱਲ ਕਹਿ ਦਵਾਂ ਨਾ, ਉਦਾਂ ਹੀ ਕਹਿ ਦਈਏ ਜਿਹੜਾ ਇਮਾਨ ਵਾਲਾ ਬੰਦਾ ਆ, ਯਾਰ ਮੈਂ ਆਹ ਕੰਮ ਕਰੂੰਗਾ, ਮੈਂ 4 ਬੰਦਿਆਂ ਨੂੰ ਦੁਬਾਰਾ ਮੂੰਹ ਨਹੀਂ ਦਿਖਾ ਸਕਦਾ, ਕੰਮ ਨਹੀਂ ਕਰੂੰਗਾ। ਔਰ ਮੈਂ ਗੁਟਕਾ ਸਾਹਿਬ ਨੂੰ ਫੜ ਕੇ ਹੱਥ ਦੇ ਵਿੱਚ, ਜਿਹੜਾ ਕਿ ਪੂਰੀ ਦੁਨੀਆ ਨੂੰ ਸਿੱਖਿਆ ਦੇ ਰਹੇ ਇਸ ਧਰਮ, ਜਿਸ ਧਰਮ ਨੇ ਪੂਰੀ ਦੁਨੀਆ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ, ਜਾਣੀ ਕਿ ਇਹੋ ਜਿਹੀ ਸੋਚ ਪੈਦਾ ਕਰ ਦਿੱਤੀ ਵੀ ਜਿੱਥੇ ਇਕੱਠਤਾ ਦਾ, ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਹ ਧਰਮ ਦਾ ਗੁਟਕਾ ਹੱਥ 'ਚ ਫੜ ਕੇ ਇੱਕ ਬੰਦੇ ਨੇ ਤੁਹਾਡੇ ਸਾਹਮਣੇ ਕਸਮ ਖਾਧੀ, ਉਹਨੂੰ ਮੁੱਕਰ ਗਿਆ। ਤੁਸੀਂ ਕਹਿੰਦੇ ਹੋ ਇਮਾਨ ਵਾਲਾ ਕਹਿ ਸਕਦੇ ਉਹਨੂੰ, ਕਿਉਂਕਿ ਉਹ ਕਿਉਂ ਹੋ ਗਿਆ? ਕਿਉਂਕਿ ਉਹਦੇ ਦਿਮਾਗ 'ਚ ਇਹ ਹੈਗਾ ਵੀ ਮੈਨੂੰ ਲੋਕਾਂ ਨੇ ਤਾਂ ਜਿਤਾਉਣਾ ਨਹੀਂ, ਜਿਤਾਉਣਾ EVM ਨੇ। ਬਿਲਕੁਲ। ਇਹ ਦੇਖੋ ਦੋਸਤੋ, ਇਹ ਗੱਲਾਂ ਮੁੜ ਘਿੜ ਕੇ ਸਾਡੀ EVM ਤੇ ਆ ਰਹੀਆਂ। ਅੱਜ ਅਮਨ ਸ਼ਰਮਾ ਜੀ, ਆਪਾਂ ਜਿਹੜਾ ਸ਼ੁਰੂ ਕਰ ਰਹੇ ਹਾਂ ਨਾ ਪ੍ਰੋਗਰਾਮ EVM ਦਾ, ਤੁਹਾਡਾ ਧੰਨਵਾਦ ਆ। ਅਸੀਂ ਦੋਸਤੋ ਇਹ ਪ੍ਰੋਗਰਾਮ ਇਸ ਕਰਕੇ ਨਹੀਂ ਸ਼ੁਰੂ ਕਰ ਰਹੇ ਵੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ EVM ਦੇ ਖਿਲਾਫ ਉੱਠੋ। ਤੁਹਾਡਾ ਈਮਾਨ ਕੀ ਕਹਿੰਦਾ? ਤੁਸੀਂ ਅੰਦਰੋਂ ਕੀ ਕਹਿੰਦੇ ਵੀ EVM ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਕਿ ਨਹੀਂ ਉੱਠਣੀ ਚਾਹੀਦੀ? ਤੇ ਅਮਨ ਸ਼ਰਮਾ ਜੀ ਤੁਸੀਂ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜੋ ਰੋਲ ਹੈ ਇਸ ਟਾਈਮ, ਅਸੀਂ ਤੁਹਾਨੂੰ ਅਵੇਅਰ ਕਰਨਾ ਚਾਹੁੰਦੇ ਹਾਂ
ਅਸੀਂ ਤੁਹਾਨੂੰ ਵਾਰੀ-ਵਾਰੀ ਦਿਖਾਵਾਂਗੇ, ਅਲੱਗ-ਅਲੱਗ ਤੁਹਾਨੂੰ ਕਲਿੱਪਸ ਦਿਖਾਵਾਂਗੇ, ਕਈ ਹੋਰ ਪ੍ਰੋਗਰਾਮ ਕਰਾਂਗੇ ਅਸੀਂ ਈਵੀਐਮ ਬਾਰੇ। ਉਹਦੇ ਵਿੱਚ ਤੁਹਾਨੂੰ ਡਿਫਰੈਂਟ ਕਲਿੱਪਸ ਦਿਖਾਵਾਂਗੇ ਤੇ ਕੀ ਹਿਸਟਰੀ ਇਹਦੀ ਈਵੀਐਮ ਦੀ ਰਹੀ ਹੈ ਤੇ ਕਿਸ ਤਰ੍ਹਾਂ ਕਿੱਦਾਂ ਮੈਨੀਪੂਲੇਸ਼ਨ ਹੋਈ ਹੈ। ਸਾਰੀਆਂ ਚੀਜ਼ਾਂ ਤੁਹਾਨੂੰ ਉਜਾਗਰ ਕਰਾਂਗੇ ਅਸੀਂ, ਸਾਰਾ ਕੁਛ ਇਹ ਤੇ ਬਾਅਦ ਦੇ ਵਿੱਚ ਡਿਸਾਈਡ ਤੁਸੀਂ ਕਰਨਾ। ਹੁਣ ਜਿਸ ਤਰ੍ਹਾਂ ਇੱਕ ਚੀਜ਼ ਤੁਹਾਨੂੰ ਹੋਰ ਅਪਡੇਟ ਦੱਸਦਾ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਹੈਗੀ ਉੱਥੇ ਗਵਰਨਮੈਂਟ, ਮਹਾਰਾਸ਼ਟਰ ਨੇ ਕਹਤਾ ਕਿ ਨੈਕਸਟ ਜਿਹੜੀ ਇਲੈਕਸ਼ਨ ਹੋਣਗੀਆਂ ਅਸੀਂ ਵਾਇਲਟ ਪੇਪਰ ਤੇ ਕਰਾਵਾਂਗੇ, ਅਸੀਂ ਈਵੀਐਮ ਯੂਜ਼ ਨਹੀਂ ਕਰਨੀ। ਬਿਲਕੁਲ ਇਹ ਵੀ ਅਵੇਅਰਨੈਸ ਹੋਣਾ ਚਾਹੀਏ। ਇਸ ਕਰਕੇ ਮੈਂ ਇਹੀ ਗੱਲ ਕਹਿਣਾ ਕਿ ਸਾਰੀ ਜੋ ਲੋਕ ਦੇਖ ਰਹੇ ਨੇ, ਅੱਗੇ ਲੋਕਾਂ ਨੂੰ ਹੋਰ ਅਵੇਅਰ ਕਰੋ। ਆਪਣੇ ਅੰਦੋਲਨ ਹੁੰਦੇ ਰਹਿਣਗੇ, ਸਭ ਕੁਝ ਹੋਏਗਾ, ਸਭ ਕੁਝ, ਪਰ ਇਹ ਸੋਚ ਕੇ ਚੱਲੋ ਕਿ ਆਪਾਂ ਜਿਹੜਾ ਅੰਦੋਲਨ ਕਰ ਰਹੇ ਹਾਂ ਇਹ ਜਿੱਤ ਹਾਸਲ ਕਰੀਏ ਸੋਚ ਚ, ਆਪਾਂ ਇਸ ਨੂੰ ਈਵੀਐਮ ਨੂੰ ਖਤਮ ਕਰੀਏ ਤਾਂ ਕਿ ਆਪਣਾ ਆਖਰੀ ਅੰਦੋਲਨ ਹੋ ਜਾਏ। ਬਿਲਕੁਲ ਭਾਜੀ ਦੇਖੋ, ਜੇ ਈਵੀਐਮ ਹੋਊਗੀ ਤਾਂ ਆਪਾਂ ਨੂੰ ਅੰਦੋਲਨ ਕਰਦੇ ਰਵਾਂਗੇ। ਹੁਣ ਆਪਾਂ ਨਹੀਂ, ਫਿਰ ਆਪਣੀ ਨੈਕਸਟ ਜਨਰੇਸ਼ਨ ਕਰਦੀ ਰਹਿਣੀ ਹੈ। ਦੇਖੋ ਭਾਜੀ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਵੀ ਆਪਾਂ ਲੋਕਾਂ ਨੂੰ ਸਮਝਣ ਦੀ ਲੋੜ ਆ। ਮੈਂ ਜਿੱਦਾਂ ਹੁਣ ਲਿਖਿਆ ਆਓ ਉਠਾਈਏ ਆਵਾਜ਼ ਈਵੀਐਮ ਦੇ ਖਿਲਾਫ, ਆਪਾਂ ਇੱਕ ਨਾਰਾ ਲੈ ਕੇ ਚੱਲੀਏ, ਆਓ ਉਠਾਈਏ ਆਵਾਜ਼, ਚਾਹੇ ਅਸੀਂ NRI ਆ ਪਰ ਅਸੀਂ ਭਾਵੇਂ ਬਾਹਰ ਬੈਠੇ ਆ ਭਾਜੀ, ਪਰ ਸਾਡਾ ਜਿਹੜਾ ਦਿਲ ਧੜਕਦਾ ਨਾ, ਇੱਕ ਅੰਦਰੋਂ ਆਤਮਾ ਆ, ਜਦੋਂ ਕਿਤੇ ਵੀ ਆਪਣੀ ਕੰਟਰੀ ਦੇ ਵਿੱਚ ਕੁਝ ਹੁੰਦਾ ਅਸੀਂ ਉਸੇ ਵਕਤ ਕਨੈਕਟ ਹੋ ਜਾਂਦੇ ਹਾਂ। ਕਿਉਂਕਿ ਜਿਹੜੀ ਅੰਦਰ ਆਤਮਾ ਤਾਂ ਉੱਥੇ ਹੀ ਬੈਠੀ ਆ ਅਜੇ ਤੱਕ ਵੀ, ਯਾਰ ਵੀ ਉਹ ਕੰਟਰੀ ਦਾ ਵਧੀਆ ਹੋ ਜਾਏ। ਔਰ ਇਹ ਗਰੰਟੀ ਆ, ਜੇ ਦੇਖੋ ਪੂਰੀ ਕੰਟਰੀ ਦੇ ਵਿੱਚ GDP ਥੱਲੇ ਆ, ਇੱਕ ਦਿੱਲੀ ਦੇ ਵਿੱਚ GDP ਆ ਪਿਆ, ਸਿਰਫ ਇੱਕ ਇਮਾਨਦਾਰੀ ਤੇ ਨੀਅਤ ਦੀ ਫਰਕ ਹੈ ਭਾਜੀ, ਇੱਕ ਇਮਾਨਦਾਰੀ ਤੇ ਨੀਅਤ ਦਾ ਫਰਕ ਆ। ਸਾਡੀ ਕੰਟਰੀ ਦੇ ਵਿੱਚ ਸਾਡੀ ਕੰਟਰੀ ਸੋਨੇ ਦੀ ਚਿੜੀ ਆ ਅਜੇ ਤੱਕ ਵੀ, ਸਾਡੀ ਕੰਟਰੀ ਸੋਨੇ ਦੀ ਚਿੜੀ ਆ। ਸਿਰਫ ਉਹ ਚਿੜੀ ਨੂੰ ਸੰਭਾਲਣ ਵਾਲਾ ਮਿਲਣਾ ਚਾਹੀਦਾ ਸਾਨੂੰ। ਜਿੱਦਣ ਉਹ ਚਿੜੀ ਨੂੰ ਸੰਭਾਲਣ ਵਾਲਾ ਇੱਕੋ ਹੀ ਮਿਲਿਆ ਉਸ ਕੰਟਰੀ ਦੇ ਵਿੱਚ, ਇੱਕੋ ਇੱਕ ਸਿਟੀ ਨੂੰ ਮਿਲਿਆ ਚਿੜੀ ਨੂੰ ਸੰਭਾਲਣ ਵਾਲਾ, ਤੇ ਉਹਨੇ ਸਵਰਗ ਬਣਾਤੀ ਉਹ ਸਿਟੀ। ਔਰ ਇਹ ਸਾਡੇ ਲੋਕਾਂ ਨੇ ਸੋਚਣਾ ਆ ਵੀ ਜੇ ਸਾਡੇ ਪੂਰੇ ਭਾਰਤ ਦੇ ਵਿੱਚ ਉਹੋ ਜਿਹੇ ਇਨਸਾਨ, ਅਰਵਿੰਦ ਕੇਜਰੀਵਾਲ ਜਿਹਨੂੰ ਮੈਂ ਦਿਲੋਂ ਪਿਆਰ ਕਰਦਾ ਬੰਦੇ ਨੂੰ, ਇਸ ਕਰਕੇ ਨਹੀਂ ਵੀ ਉਹ ਮੇਰਾ CM ਆ ਕਿਉਂਕਿ ਮੈਂ ਤਾਂ ਬਾਹਰ ਬੈਠਾ, ਇਸ ਕਰਕੇ ਆ ਕਿ ਇੱਕ ਇਨਸਾਨ ਆਇਆ, ਉਸ ਇਨਸਾਨ ਨੇ ਆਪਣੀ ਜੌਬ ਛੱਡ ਕੇ, ਕਰੋੜਾਂ ਰੁਪਈਆਂ ਦੀ ਜੌਬ ਛੱਡ ਕੇ ਇੱਕ ਇਨਸਾਨ ਦੇ ਲਈ ਲੜਨ ਲਈ ਧਰਤੀ ਤੇ ਉਤਰਿਆ, ਜ਼ਮੀਨ ਤੇ ਉਤਰਿਆ, ਉਹਨਾਂ ਸਰਕਾਰਾਂ ਨਾਲ ਲੜਿਆ ਜਿਨ੍ਹਾਂ ਦੇ ਅੱਗੇ ਲੋਕੀ ਬੋਲਣਾ ਵੀ ਪਸੰਦ ਡਰਦੇ ਸੀਗੇ। ਉੱਥੇ ਖੜਾ ਹੋ ਕੇ ਉਹਨੇ ਪੂਰਾ ਨਾਰਾ ਲਾਇਆ, ਨਾਰਾ ਲਾ ਕੇ ਉਹਨੇ ਜੋ ਗੱਲਾਂ ਕਹੀਆਂ ਉਹ ਤੋਂ ਜ਼ਿਆਦਾ ਡਿਲੀਵਰ ਕਰਕੇ ਦਿਖਾਈਆਂ। ਇਹੋ ਜਿਹਾ ਇਨਸਾਨ ਭਾਰਤ ਵਾਲਿਓ ਤੁਸੀਂ ਲੱਕੀ ਆ ਕਿ ਤੁਹਾਡੇ ਕੋਲ ਆ। ਬਿਲਕੁਲ। ਜੇ ਕਿਤੇ ਇਦਾਂ ਦਾ ਇਨਸਾਨ ਅਮਰੀਕਾ ਕੋਲ ਹੁੰਦਾ ਨਾ, ਤੇ ਅਮਰੀਕਾ ਅੱਜ ਹੋਰ ਦੁੱਗਣੀ ਤਰੱਕੀ ਕਰ ਜਾਂਦਾ। ਉਹਦੇ ਕੋਲ ਸੋਚ ਬਹੁਤ ਵਧੀਆ ਹੈ। ਸਹੀ ਗੱਲ ਹੈ ਤੁਹਾਡੀ। ਸਿਰਫ ਇੱਕੋ ਹੀ ਆ, ਅਸੀਂ ਜੋ ਕਰ ਰਹੇ ਹਾਂ, ਅਸੀਂ ਬਾਹਰ ਬੈਠ ਕੇ ਉਹ ਜਿਸ ਤਰ੍ਹਾਂ ਅਮਰਜੀਤ ਜੀ ਦੱਸ ਰਹੇ ਨੇ ਕਿ ਅਸੀਂ ਜੋ ਕੰਮ ਕਰ ਰਹੇ ਹਾਂ, ਸਾਡਾ ਆਪਣੀ ਕੋਈ ਸਾਡਾ ਆਪਣਾ ਕੋਈ ਸੈਲਫ ਮੋਟਿਵ ਨਹੀਂ ਇਹਦੇ ਵਿੱਚ ਕੁਝ ਹੈਗਾ। ਸਾਨੂੰ ਆਪ ਦੇ ਵਿੱਚ ਜੋ ਕੁਝ ਮਿਲਣਾ, ਅਸੀਂ ਅਮਰੀਕਾ ਕੈਨੇਡਾ ਬੈਠੇ, ਸਾਨੂੰ ਇੱਥੋਂ ਹੀ ਜੋ ਕੁਝ ਮਿਲਣਾ। ਅਸੀਂ ਕੰਸਰਨ ਹੈ, ਅਸੀਂ ਆਪਣੇ ਦੇਸ਼ ਬਾਰੇ, ਅਸੀਂ ਆਪਣੇ ਮਾਤਰ ਭੂਮੀ ਬਾਰੇ ਕੰਸਰਨ ਹੈ। ਤਾਂ ਹੀ ਸਾਨੂੰ ਇਹ ਹੁੰਦਾ ਕਿ ਜੋ ਕੁਝ ਸਾਨੂੰ ਮਿਲਦੀਆਂ ਫੈਸਿਲਿਟੀਜ਼ ਉਹੀ ਸਾਡੇ ਦੇਸ਼ ਦੇ ਵਿੱਚ ਵੀ ਮਿਲਣ। ਸਾਨੂੰ ਜੋ ਦਿਖਿਆ ਵਾ ਇਸ ਟਾਈਮ ਦੇ ਵਿੱਚ, ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਜੀ ਹੈਗੇ ਨੇ, ਉਹਨਾਂ ਨੇ ਜੋ ਕੁਝ ਡਿਲੀਵਰ ਕੀਤਾ, ਅਸੀਂ ਚਾਹੁੰਦੇ ਹੋਰ ਬੰਦੇ ਵੀ ਅੱਗੇ ਆਉਣ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਹੋਰ ਬੰਦੇ ਜਿਹੜੇ ਅੱਗੇ ਆਉਣਗੇ, ਅਸੀਂ ਹਰ ਬੰਦਿਆਂ ਦੀ ਉਹਨਾਂ ਬੰਦਿਆਂ ਦੀ ਹੈਲਪ ਕਰਾਂਗੇ, ਮਦਦ ਕਰਾਂਗੇ, ਉਹਨਾਂ ਨਾਲ ਚੱਲਾਂਗੇ ਜਿਹੜੇ ਬੰਦੇ ਇਸ ਦੇ ਵਿੱਚ ਅੱਗੇ ਆ ਕੇ ਆਪਣਾ ਯੋਗਦਾਨ ਦੇਣਗੇ, ਤਾਂ ਕਿ ਜੋ ਉੱਥੇ ਆਮ ਜਨਤਾ ਦਾ ਜਿਹੜਾ ਜੀਵਨ ਹੋਊਗਾ ਸੁਖਾਲਾ ਹੋ ਸਕੇ। ਇਸ ਗੱਲ ਦੀ ਸਭ ਤੋਂ ਜ਼ਰੂਰੀ ਗੱਲ ਹੈਗੀ ਹੈ ਜੋ ਆਪਾਂ ਸ਼ੁਰੂ ਕੀਤੀ ਜੀ ਆ EVM ਦੀ। ਹਾਂਜੀ, ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਮਰਜੀਤ ਸਾਹਿਬ? ਫਿਰ ਆਪਣਾ ਹਾਂਜੀ ਭਾਜੀ ਦੇਖੋ, ਮੈਂ ਹਾਂਜੀ ਟਾਈਮ ਵੀ ਆਪਣਾ ਹੋ ਗਿਆ, ਸੌਰੀ, ਮੈਂ ਜਦੋਂ ਜਜ਼ਬਾਤੀ ਹੋ ਜਾਂਦਾ ਫਿਰ ਟਾਈਮ ਦਾ ਪਤਾ ਨਹੀਂ ਲੱਗਦਾ। ਔਰ ਸਰੋਤਿਆਂ ਦਾ ਵੀ ਬਹੁਤ ਧੰਨਵਾਦ, ਅੱਜ ਸਾਨੂੰ ਪਿਆਰ ਨਾਲ ਸੁਣ ਰਹੇ ਆ। ਦੇਖੋ ਆਪਾਂ ਨੂੰ ਹੁਣ ਕੋਈ ਇਹ ਨਹੀਂ ਹੈਗਾ ਵੀ ਕੋਈ ਆਪਾਂ ਨੂੰ ਪ੍ਰਤੱਖ ਦੀ ਲੋੜ ਆ ਜਾਂ ਪ੍ਰਮਾਣ ਦੀ ਲੋੜ ਹੈ, ਇਹਦੀ ਲੋੜ ਆਪਣੀ ਹੈ ਨਹੀਂ। ਦਿੱਲੀ ਦੇ ਵਿੱਚ ਪ੍ਰਮਾਣ ਤੇ ਪ੍ਰਤੱਖ ਦੋਨੇ ਪਏ ਆ। ਜੇ ਜਦੋਂ ਵੀ ਇਨਸਾਨੀਅਤ ਦੇ ਖਿਲਾਫ ਕੋਈ ਵੀ ਸਰਕਾਰ ਕੰਮ ਕਰਦੀ ਆ ਤੇ ਉੱਥੇ ਆਮ ਆਦਮੀ ਪਾਰਟੀ ਖੜੀ ਹੋ ਜਾਂਦੀ ਅੱਗੇ ਆ ਕੇ। ਬਿਲਕੁਲ। ਔਰ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਪੈਦਾ ਕਰ ਦਿੱਤੀ ਕਿ ਜਿਹੜਾ ਕਿਸੇ ਇਨਸਾਨੀਅਤ ਦੇ ਖਿਲਾਫ ਆ, ਅਸੀਂ ਉਹਦੇ ਖਿਲਾਫ ਹਾਂ। ਬਿਲਕੁਲ ਬਿਲਕੁਲ ਜੀ, ਬਿਲਕੁਲ। ਔਰ ਇੱਥੋਂ ਤੱਕ ਕਿ ਮੈਂ ਇੱਕ ਮਨੀਸ਼ ਸਿਸੋਦੀਆ ਜੀ ਦੀ ਸਿਫਤ ਕਰਦਾ। ਮਨੀਸ਼ ਸਿਸੋਦੀਆ ਜੀ ਟਕੈਤ ਸਾਹਿਬ ਨੇ ਪਾਣੀ ਮੰਗਿਆ, ਉਹਨਾਂ ਨੇ ਜਦੋਂ ਯੂਪੀ ਦੇ ਜਿਹੜਾ ਆਪਣਾ ਸੀਗਾ ਇਹੋ ਯੂਪੀ ਦਾ PM CM ਕੀ ਨਾਮ ਉਹਦਾ ਹੈਗਾ ਭਾਜੀ, ਜੋਗੀ ਧਾਰਮਿਕ ਬਣ ਕੇ ਦੱਸਦਾ ਨਾ, ਧਰਮ ਤਾਂ ਬੰਦੇ ਨੂੰ ਪ੍ਰੇਮ ਕਰਨਾ ਸਿਖਾਉਂਦਾ। ਧਰਮ ਤਾਂ ਕਹਿੰਦਾ ਵੀ ਜਿੱਦਾਂ ਪਾਣੀ ਮੰਗੇ ਤੂੰ, ਉਹ ਗਲਾਸ ਮੰਗੇ ਤੂੰ ਜੱਗ ਲੈ ਕੇ ਜਾ। ਧਰਮ ਤਾਂ ਇਹ ਕਹਿੰਦਾ ਉਹ ਗਲਾਸ ਮੰਗੇ ਤੂੰ ਜੱਗ ਲੈ ਕੇ ਜਾ, ਤੇ ਉਹਨੇ ਤਾਂ ਉਹ ਕਹਿੰਦਾ ਮੈਂ ਬਹੁਤ ਧਰਮੀ ਹਾਂ, ਸਾਰਾ ਕੁਝ ਖੋਹ ਲਿਆ। ਉਹਨਾਂ ਨੇ ਤਾਂ ਜੀ ਡੀਜ਼ਲ ਜਿਹੜੇ ਸੀਗੇ, ਉਹਨਾਂ ਨੇ ਡੀਜ਼ਲ ਦੇਣ ਤੋਂ ਮਨਾ ਕਰਤਾ ਸੀ। ਜਿੰਨੇ ਗੈਸ ਸਟੇਸ਼ਨ ਉੱਥੇ ਪੈਟਰੋਲ ਪੰਪ ਸੀਗੇ, ਉਹਨਾਂ ਨੂੰ ਕਹਿਤਾ ਸੀ ਜਿਹੜੇ ਬੰਦੇ ਜਾ ਰਹੇ ਨੇ ਉੱਥੇ
ਉਹਨਾਂ ਨੂੰ ਡੀਜ਼ਲ ਨਹੀਂ ਦੇਣਾ ਤੁਸੀਂ, ਇਸ ਤੋਂ ਅੱਗੇ ਹਾਂਜੀ। ਮਨਾ ਕੀਤਾ ਸੀ ਉਹਨਾਂ ਨੇ, ਤੇ ਜਿਹੜਾ ਤੁਸੀਂ ਇਹ ਸ਼ਾਂਤਪੁਰੀ ਦੇਖੋ, ਹਾਂਜੀ ਤੁਸੀਂ ਇਹ ਦੇਖੋ ਸ਼ਰਮਾ ਜੀ ਕਿ ਇੱਕ ਇਨਸਾਨੀਅਤ ਦਾ ਫਰਜ਼ ਜਿਹੜਾ ਆਮ ਆਦਮੀ ਪਾਰਟੀ ਨੇ ਪੂਰਾ ਕੀਤਾ। ਮਨੀਸ਼ ਸਿਸੋਦੀਆ ਜੀ ਪਾਣੀ ਲੈ ਕੇ ਗਏ ਉੱਥੇ, ਬਿਜਲੀ ਲੈ ਕੇ ਗਏ ਉੱਥੇ, ਔਰ ਮਨੀਸ਼ ਸਿਸੋਦੀਆ ਜੀ ਉਹਨਾਂ ਨੇ ਸਟੇਜ ਤੇ ਬੁਲਾਇਆ। ਟਕੈਤ ਸਾਹਿਬ ਨੇ ਆਪਣੀ ਮੂੰਹੋਂ ਗੱਲ ਕਹੀ ਹੈ ਉਹ ਵੀਡੀਓ ਦੇ ਉੱਤੇ, ਕਹਿੰਦੇ ਵੀ ਇਹ ਸਟੇਜ ਤੇ ਨਹੀਂ ਆਏ ਔਰ ਮੇਰਾ ਦਿਲ ਜਿੱਤ ਲਿਆ ਇਹਨਾਂ ਨੇ। ਬਿਲਕੁਲ ਇਹ ਹੁੰਦੀ ਹੈ ਇੱਕ ਇਨਸਾਨੀਅਤ ਕਿ ਤੁਸੀਂ ਉੱਥੇ ਵੋਟ ਲਈ ਨਹੀਂ ਗਏ, ਇੱਕ ਇਨਸਾਨ ਦਾ ਇੱਕ ਫਰਜ਼ ਪੂਰਾ ਕਰਨ ਗਏ ਸੀ। ਔਰ ਇਹਦੇ ਵਰਗੀ ਪਾਰਟੀ ਮੈਨੂੰ ਨਹੀਂ ਲੱਗਦਾ ਵੀ ਮੁੜ ਕੇ ਹੋਰ ਕਿਤੇ ਆਪਾਂ ਨੂੰ ਇੰਡੀਆ ਵਿੱਚ ਦੇਖਣ ਨੂੰ ਮਿਲੂਗੀ। ਔਰ ਅਸੀਂ ਤਾਂ ਚਾਹੁੰਦੇ ਹਾਂ, ਅਸੀਂ ਦਿਲੋਂ ਚਾਹੁੰਦੇ, ਬਾਹਰ ਬੈਠੇ ਜਿੰਨੇ ਵੀ ਭਾਰਤੀ ਆ ਮਾਣ ਕਰਦੇ ਹਾਂ ਵੀ ਅਸੀਂ ਆਮ ਆਦਮੀ ਪਾਰਟੀ ਦੇ ਸੋਚ ਨਾਲ ਜੁੜੇ ਹੋਏ ਹਾਂ। ਬਿਲਕੁਲ ਔਰ ਵੀਰੋ ਤੁਹਾਨੂੰ ਵੀ ਮਾਣ ਕਰਨਾ ਚਾਹੀਦਾ, ਜਿਹੜੇ ਬੰਦੇ ਅਜੇ ਤੱਕ ਆਮ ਆਦਮੀ ਪਾਰਟੀ ਬਾਰੇ ਨਹੀਂ ਸੋਚ ਰਹੇ ਉਹਨਾਂ ਨੂੰ ਸੋਚਣ ਦੀ ਲੋੜ ਹੈ, ਕਿਉਂਕਿ ਤੁਸੀਂ ਆਪਣੇ ਲਈ ਨਹੀਂ ਸੋਚ ਰਹੇ, ਆਪਣੇ ਬੱਚਿਆਂ ਲਈ ਸੋਚ ਰਹੇ ਆ। ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦੇ ਆ, ਈਵੀਐਮ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਇਸ ਆਵਾਜ਼ ਨੂੰ ਉਠਾਓ, ਇਸ ਨੂੰ ਖਤਮ ਕਰੋ। ਔਰ ਵਧੀਆ ਪਾਰਟੀ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਆਮ ਆਦਮੀ ਪਾਰਟੀ ਵਰਗੀ ਕੋਈ ਹੋਰ ਵੀ ਪਾਰਟੀ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਵਾਂਗੂ ਕੰਮ ਕਰ ਸਕਦੀ ਆ, ਤੁਸੀਂ ਲੈ ਕੇ ਆਓ ਔਰ ਇਸ ਦੇਸ਼ ਦਾ ਭਵਿੱਖ ਬਚਾਓ। ਹਾਂਜੀ ਬਿਲਕੁਲ ਬਿਲਕੁਲ ਅਮਰਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਫਿਰ ਅਸੀਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਅਮਰਜੀਤ ਜੀ ਨੇ ਹੁਣ ਐਕਸਪਲੇਨ ਕੀਤਾ ਹੀ ਹੈ ਕਿ ਜੋ ਪਾਰਟੀ ਆਮ ਆਦਮੀ ਪਾਰਟੀ ਕਰ ਰਹੀ ਹੈ ਲੋਕਾਂ ਵਾਸਤੇ, ਲੋਕ ਰਿਜ਼ਲਟ ਦੇਖਣ, ਸਭ ਕੁਝ ਉਹ ਦੇਖਣ, ਆਬਜ਼ਰਵ ਕਰਨ ਕਿ ਕਿਸ ਤਰ੍ਹਾਂ ਜੋ 70 ਸਾਲਾਂ 'ਚ ਹੋਇਆ ਸੀਗਾ ਤੋਂ ਪਹਿਲਾਂ ਤੇ ਹੁਣ ਕੀ ਹੋਇਆ, ਕਿਸ ਪਾਰਟੀ ਨੇ ਤੁਹਾਨੂੰ ਕੀਤਾ। ਜੋ ਪਾਰਟੀ ਤੁਹਾਨੂੰ ਲੱਗਦੀ ਹੈ ਕਿ ਇਸ ਪਾਰਟੀ ਨੇ ਵਰਥ ਕੀਤਾ ਤੁਹਾਡੇ ਅਗਲੀ ਜਨਰੇਸ਼ਨ ਵਾਸਤੇ, ਤੁਹਾਡੇ ਬੱਚਿਆਂ ਵਾਸਤੇ ਜੋ ਸਹੀ ਕੀਤਾ, ਉਸ ਪਾਰਟੀ ਨਾਲ ਚੱਲੋ ਤੁਸੀਂ। ਬਾਕੀ ਜੋ ਪਹਿਲਾਂ ਆਪਾਂ ਗੱਲ ਕਰੀਏ, ਜੋ ਟੌਪਿਕ ਅੱਜ ਦਾ ਆਪਣਾ ਈਵੀਐਮ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਸਾਡੇ ਕਮਿੰਗ ਪ੍ਰੋਗਰਾਮ ਦੇ ਵਿੱਚ। ਉਹਨੂੰ ਹੋਰ ਆਬਜ਼ਰਵ ਕਰੋ, ਉਸਨੂੰ ਚੰਗੀ ਤਰ੍ਹਾਂ ਦੇਖੋ ਤੇ ਫਿਰ ਉਸਨੂੰ ਡਿਸਾਈਡ ਕਰੋ ਤੇ ਉਸ ਤੋਂ ਬਾਅਦ ਇਹਦੇ ਅਗੇਂਸਟ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਲੱਗੇ ਉਸ ਚੀਜ਼ ਨੂੰ ਦੇਖ ਕੇ ਤੁਸੀਂ ਇਹਦੇ ਅਗੇਂਸਟ ਆਵਾਜ਼ ਉਠਾਓ ਤਾਂ ਕਿ ਈਵੀਐਮ ਨੂੰ ਉਠਾਇਆ ਜਾਵੇ, ਈਵੀਐਮ ਨੂੰ ਚੱਕਿਆ ਜਾਵੇ, ਉਸ ਜਗ੍ਹਾ ਤੋਂ ਗਾਰਬੇਜ ਸੁੱਟੋ ਤਾਂ ਕਿ ਡੈਮੋਕ੍ਰੇਸੀ ਜਿਹੜੀ ਆਪਣੀ ਇੰਡੀਆ ਦੇ ਵਿੱਚ ਉਹ ਬਹਾਲ ਕੀਤੀ ਜਾ ਸਕੇ। ਸਾਰੇ ਦਰਸ਼ਕਾਂ ਦਾ ਧੰਨਵਾਦ ਜੀ। ਅਮਰਜੀਤ ਧੰਨਵਾਦ ਤੁਹਾਡਾ ਜੀ, ਥੈਂਕ ਯੂ ਸੋ ਮਚ। ਧੰਨਵਾਦ ਭਾਈ ਤੁਹਾਡਾ ਵੀ। ਤੇ ਆਓ ਉਠਾਈਏ ਆਵਾਜ਼ ਈਵੀਐਮ ਦੇ ਖਿਲਾਫ ਦਾ ਨਾਰਾ ਲਾ ਕੇ ਆਪਾਂ ਇਸ ਪ੍ਰੋਗਰਾਮ ਨੂੰ ਬੰਦ ਕਰ ਦਈਏ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ, ਸ਼ੁਕਰੀਆ।